Heaven's Gate. Jesus said, I am the door. If anyone enters through me, he shall be saved. ਭੈਣੋ ਭਾਈਓ, ਅਸੀਂ ਆਪ ਦਾ ਇੱਕ ਵਾਰੀ ਫੇਰ ਵੈਲਕਮ ਕਰਦੇ ਹਾਂ ICC ਜੋ ਕਿ ਇਹਨਾਂ ਪ੍ਰੋਗਰਾਮਾਂ ਨੂੰ ਅਰੇਂਜ ਕਰਦੀ ਹੈ। ਅੱਜ ਦਾ ਜਿਹੜਾ ਸਪਾਂਸਰ ਪ੍ਰੋਗਰਾਮ ਹੈ ICC ਵੱਲੋਂ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਬੜੇ ਧਿਆਨ ਦੇ ਨਾਲ ਸੁਣੋਗੇ ਇਸ ਨੂੰ ਤੇ ਬਰਕਤ ਪਾਓਗੇ। ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਵੀ ਅੱਜ ਖਾਸ ਸਾਡੇ ਮਹਿਮਾਨ ਮੇਰੇ ਨਾਲ ਦੋ ਹਨ। ਮੇਰੇ ਸੱਜੇ ਪਾਸੇ ਪਾਸਟਰ ਆਈਜ਼ਕ ਮਸੀਹ ਮੱਟੂ ਜੀ, ਮੇਰੇ ਖੱਬੇ ਪਾਸੇ ਪਾਸਟਰ ਪ੍ਰੇਮ ਜੀ ਫਰਮ ਕਵੰਟਰੀ। ਥੈਂਕ ਯੂ। ਜਿਹੜੇ ਕਿ ਕਵੰਟਰੀ ਦੀ ਕਲੀਸਿਆ ਦੇ ਪਾਸਵਾਨ ਹਨ। ਪਾਦਰੀ ਸਾਹਿਬ, ਤੁਸੀਂ ਖੁਦ ਦੱਸ ਦਿਓ ਆਪਣਾ ਵੇਰਵਾ ਤੇ ਆਪਣੇ ਜਿਹੜੇ ਚਰਚਸ ਆ ਤੁਹਾਡੇ ਨਾ ਇੱਥੇ ਮਿਡਲੈਂਡ ਦੇ ਵਿੱਚ ਤੁਸੀਂ ਸ਼ੁਰੂ ਕੀਤੇ ਹੋਏ ਜੀ, ਉਹਨਾਂ ਬਾਰੇ ਵੀ ਦੱਸੋ। ਇਸ ਵਕਤ ਅਸੀਂ 4 ਚਰਚਸ ਰਨ ਕਰ ਰਹੇ ਹਾਂ, ਔਰ ਜੋ ਇੱਕ ਵੁਲਵਰਹੈਂਪਟਨ ਵਿੱਚ ਔਰ ਇੱਕ ਵੈਸਟ ਬ੍ਰਹਮ ਦੇ ਵਿੱਚ, ਹਿਲਟੌਪ ਏਰੀਆ, ਬਰਟਨ ਟ੍ਰੈਂਟ। ਔਰ ਅਸੀਂ ਖੁਦਾ ਦਾ ਸ਼ੁਕਰ ਕਰਦੇ ਇਸ ਮਿਨਿਸਟਰੀ ਵਾਸਤੇ ਖਿਦਮਤ ਲਈ ਜੋ ਖੁਦਾ ਨੇ ਸਾਨੂੰ ਦਿੱਤੀ ਹੈ, ਔਰ ਉਸ ਦਾ ਧੰਨਵਾਦ ਕਰਦੇ ਹਾਂ। ਸਾਡੀ ਫੈਲੋਸ਼ਿਪ ਦਾ ਨਾਮ ਹੈਗਾ ਏਸ਼ੀਅਨ ਕਲਵਰੀ ਚਰਚ ਜੀ। ਥੈਂਕ ਯੂ। ਇਸ ਤੋਂ ਪਹਿਲਾਂ ਆਪਾਂ ਅੱਗੇ ਵਧੀਏ, ਪਾਦਰੀ ਪ੍ਰੇਮ ਆਪ ਨੂੰ ਰਿਕੁਐਸਟ ਹੈ ਕਿ ਤੁਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਆਪਾਂ ਦੁਆ ਨਾਲ ਸਟਾਰਟ ਕਰੀਏ। ਜੀ, ਸਭ ਤੋਂ ਪਹਿਲਾਂ ਅਸੀਂ ਇੰਡੀਅਨ ਕ੍ਰਿਸਚੀਅਨ ਕੰਸਰਨ ਦੇ ਬਹੁਤ ਥੈਂਕ ਯੂ ਕਰਦੇ ਹਾਂ, ਜਿਨ੍ਹਾਂ ਦੀ ਖਿਦਮਤ ਔਰ ਸੇਵਾ ਦੇ ਬਦੌਲਤ ਸਭ ਪਾਸਵਾਨ ਵੱਖਰੇ ਵੱਖਰੇ ਚਰਚਸ ਤੋਂ ਆਉਂਦੇ ਨੇ, ਖੁਦਾ ਦਾ ਕਲਾਮ ਸੁਣਾਉਂਦੇ ਨੇ। ਦੂਸਰੇ ਹਿੱਸੇ ਦੇ ਵਿੱਚ ਸਾਨੂੰ ਸਮਾਜਿਕ ਤੌਰ 'ਤੇ ਮਸੀਹੀ ਲੋਕਾਂ ਦਾ ਇਕੱਠ, ਮੇਲ ਮਿਲਾਪ ਔਰ ਕਮਿਊਨਿਟੀ ਵਿੱਚ ਹੁੰਦੇ ਇਸ਼ੂ ਜਿਹੜੇ ਆ ਉਹਨਾਂ ਨੂੰ ਵੀ ਲੈ ਕੇ ਆਉਂਦੇ ਨੇ। ਤੇ ਸੈਮੂਅਲ ਜੀ, ਤੁਸੀਂ ਉਹਨਾਂ ਦੇ ਕਰਤਾ ਧਰਤਾ ਹੋ। ਅੱਜ ਤੁਹਾਡੇ ਚੇਅਰਮੈਨ ਸਾਹਿਬ ਤੇ ਇੱਥੇ ਨਹੀਂ ਹਨ, ਕਿੱਥੇ ਨੇ? ਉਹ ਇਸਰਾਇਲ ਗਏ ਹੋਏ ਨੇ। ਐਕਚੁਅਲੀ ਇਸਰਾਇਲ ਹਮੇਸ਼ਾ ਉਹ ਪਿਛਲੇ 30 ਸਾਲਾਂ ਤੋਂ ਇਸਰਾਇਲ ਹੋਲੀ ਲੈਂਡ ਦਾ ਜਿਹੜਾ ਟ੍ਰਿਪ ਆ ਉਹ ਅਰੇਂਜ ਕਰਦੇ ਹਨ। ਬਹੁਤ ਸਾਰੇ ਚਰਚ 'ਚੋਂ ਲੋਕ, ਬਹੁਤ ਸਾਰੇ ਉਹਨਾਂ ਦੇ ਰਿਸ਼ਤੇਦਾਰ, ਮਿੱਤਰ, ਫਰੈਂਡ, ਬਹੁਤ ਸਾਰੇ ਚਾਹਵਾਨ ਜਿਹੜੇ ਚਾਹੁੰਦੇ ਹਨ ਹੋਲੀ ਲੈਂਡ ਨੂੰ ਦੇਖਣਾ, ਚਾਹੇ ਉਹ ਕ੍ਰਿਸਚਨ ਨਹੀਂ ਵੀ ਹਨ, ਉਹ ਵੀ ਜਾਂਦੇ ਹਨ ਤੇ ਉਹ ਬੜੀ ਬਰਕਤ ਪਾ ਕੇ ਆਉਂਦੇ ਆ। ਇਸ ਕਰਕੇ ਇਹਨਾਂ ਨੇ ਇਹ ਸਿਲਸਿਲਾ ਜਾਰੀ ਰੱਖਿਆ ਆ। ਆਪਣੀਆਂ ਦੁਆਵਾਂ ਵਿੱਚ ਉਹਨਾਂ ਨੂੰ ਯਾਦ ਰੱਖਣਾ। ਤੁਸੀਂ ਸਾਰੇ ਜਾਣਦੇ ਹੋ ਇਸ ਵਕਤ ਇਸਰਾਇਲ ਦੇ ਤੇ ਪੈਲਸਟਾਈਨ ਦੇ ਵਿੱਚ ਆਪਸ ਦੇ ਵਿੱਚ ਕਾਫੀ ਪ੍ਰੋਬਲਮ ਹੈ। ਜੀ ਵੀਵਰ, ਇਸੇ ਲਈ ਮੈਂ ਉਹਨਾਂ ਨੂੰ ਤੁਹਾਡੇ ਕੋਲੋਂ ਪੁੱਛਿਆ ਸੀ ਕਿ ਅਸੀਂ ਸਭ ਉਹਨਾਂ ਦੇ ਵਾਸਤੇ ਦੁਆ ਵੀ ਕਰਾਂਗੇ। ਜੀ, ਚੇਅਰਮੈਨ ਰੈਵਰੈਂਡ ਅਸ਼ੋਕ ਮੱਟੂ ਜੀ ਜੋ ਕਿ ਆਪਣੀ ਟੀਮ ਦੇ ਨਾਲ ਇਸਰਾਈਲ ਵਿੱਚ ਨੇ ਔਰ ਹਰ ਸਾਲ ਟੀਮ ਲੈ ਕੇ ਜਾਂਦੇ ਨੇ, ਔਰ ਖੁਦਾਵੰਦ ਦੇ ਲੋਕਾਂ ਬਣੀ ਇਸਰਾਈਲ ਦੀ ਸਲਾਮਤੀ ਦੇ ਲਈ ਵੀ ਅਸੀਂ ਪ੍ਰਾਰਥਨਾ ਕਰਾਂਗੇ। ਆਓ ਸਭ ਮਿਲ ਕੇ ਅਸੀਂ ਖੁਦਾਵੰਦ ਅੱਗੇ ਝੁਕੀਏ ਔਰ ਪ੍ਰਾਰਥਨਾ ਕਰੀਏ। खुदावंद खुदा, तू जो मेहरबान, दयालु ते कृपालु परमेश्वर है, तेरी दया महान है, तू सर्वशक्तिमान है, तू दुनिया का सिरजनहार है। प्रभु जी, तू इस रूहे जमीन के उत्ते खुदावंद अपनी बादशाही नू अपने मनुखों ते अपने लोगों के द्वारा कायम कर रहा है। तू खुदावंद अपने लोगों को भेजदा है कि वो एक दूसरे की सहायता करन। असी खुदावंद दुआ करते हाँ खास तौर पर अज के प्रोग्राम के लिए तेरी आशीष ते कृपा होवे। जो वचन कलाम असी करिए खुदावंद जी तेरी महिमा दे लई करिए और तेरे लोगों के लिए करिए। प्यारे बाप उस्मानी खास दुआ करते हैं असी अपने चेयरपर्सन रेवरेंड अशोक मट्टू उन्हों की टीम के वास्ते जो अज बनी इसराइल के लोगों के दरम्यान उस जगह के उत्ते हैं जिथे प्रभु यीशु मसीह जी तुसी पैर धरिया, तुसी जन्म धारिया, तुसी शब्द दे धारी होए, किरपा ते सच्चाई नाल भरपूर होकर लोगों में वास किया और वादा किया, वेख मैं जल्द आउंदा हाँ, फल मेरे हाथ विच है, जिहो जिहा जिसका कम होवेगा तिहो जिहा बदला देवांगा। तेरे वचन सच्चे ते पक्के हैं प्रभु जी। प्यारे बाप उस्मानी, तेरी ये मर्जी नहीं है कि कोई भी इंसान या रूह हलाक होवे, बल्कि तुहाडी यही मर्जी है कि हर एक इंसान पिता परमेश्वर ते विश्वास करके मान लवे कि गुनाहां दी माफी दे लई खुदावंद यीशु मसीह इस दुनिया ते आए, जो कि इसराइल शहर दे खुदावंद कैलवरी दे पहाड़ दे उत्ते तुसी सब दे लई कफारा दिता, अपना बलिदान दिता प्रभु जी, ताकि हर इंसान मुक्ति पाए, निजात पाए और पापां दी माफी पाए। तेरे मार खाण दे नाल असीं चंगे कीते गए, नरोए कीते गए। पिता जी, साडी छोटी जी प्रार्थना सुनो ते कबूल करो। मसीह यीशु दे वड्डे नाम च मंगदे हां, आमीन। दोस्तों, मैं एक गल तुहानूं अज दस देना चाहुंदा भी साडे एक मेहमान खास जिन्हां ने आउणा सी, काउंसल इलियास मट्टू जो कि वुलवरहैम्पटन काउंसल दे विच है ते ਉਹ नहीं आ सकदे सी, नहीं आ सके क्योंकि उन्होंने कोई खास उन्होंने कोई प्रॉब्लम उत्थे काउंसल के किसी डिपार्टमेंट के पै गई तो उन्होंने उत्थे जाना पिया। जी सैमुअल जी, क्योंकि वो बहुत बिजी है तो असी उम्मीद करते हैं जो उन्होंने टाइम लग्या भी
ਤੇ ਉਹਨਾਂ ਨੇ ਆ ਵੀ ਜਾਣਾ ਜੀ। ਮੈਂ ਉਹਨਾਂ ਨੂੰ ਕਿਹਾ ਸੀ ਵੀ ਜੇ ਉਹ ਨਹੀਂ ਵੀ ਆ ਸਕਦੇ ਤਾਂ ਫੋਨ ਕਰ ਦੇਣ, ਪਰ ਦੇਖਾਂਗੇ ਅੱਗੇ ਚੱਲ ਕੇ ਕੀ ਹੁੰਦਾ। ਪਰ ਉਹਦਾ ਮਸਲਾ ਮੈਂ ਦੱਸ ਦੇਣਾ ਉਹਨਾਂ ਨੇ ਕਿਉਂ ਆਉਣਾ ਸੀਗਾ, ਕਿਉਂਕਿ ਜਿਹੜਾ ਰੀਸੈਂਟਲੀ ਹੋਣ ਵਾਲਾ ਜਿਹੜਾ ਟਾਈਮ ਹੈ 21 ਅਗਸਤ ਨੂੰ ਇਲੈਕਸ਼ਨ ਹੋਣਾ ਸੀਗਾ ਪੁਲਿਸ ਕਮਿਸ਼ਨਰ ਐਂਡ ਕ੍ਰਾਈਮ ਐਂਡ ਪੁਲਿਸ ਕਮਿਸ਼ਨਰ ਦਾ। ਜੀ ਜੀ, ਉਹ ਜਿਹੜਾ ਇਲੈਕਸ਼ਨ ਹੈ ਉਹ ਬਹੁਤ ਜ਼ਰੂਰੀ ਸੀ, ਉਹਦੇ ਬਾਰੇ ਉਹਨਾਂ ਨੇ ਗੱਲਬਾਤ ਕਰਨੀ ਸੀ। ਤੁਹਾਨੂੰ ਸ਼ਾਇਦ ਇਹਦੇ ਬਾਰੇ ਪਤਾ ਹੋਊਗਾ ਥੋੜਾ ਬਹੁਤ। ਜੀ ਸੈਮ ਜੀ, ਮੈਂ ਥੋੜਾ ਜਿਹਾ ਇਸ ਉੱਤੇ ਹਾਈਲਾਈਟ ਪਾਵਾਂਗਾ। ਜਦ ਬਬ ਜੌਨ ਜੀ ਹੈਂਡਜ਼ਵਰਥ ਦੇ ਵਿੱਚ ਸੋਹ ਰੋਡ ਤੇ ਖਾਸ ਤੌਰ ਤੇ ਉਹਨਾਂ ਨੇ ਆਪਣੀ ਕੰਪੇਨ ਕੀਤੀ, ਤਾਂ ਉਹਨਾਂ ਦੇ ਵਸੀਲੇ ਦੇ ਨਾਲ ਸਾਡਾ ਜੋ ਪ੍ਰਿਜ਼ਲਿੰਕ ਦਾ ਡਿਪਾਰਟਮੈਂਟ ਸੀਗਾ ਔਰ ਬਾਕੀ ਦੇ ਬਲੈਕ ਐਂਡ ਐਥਨਿਕ ਮਾਈਨੋਰਿਟੀ ਦੇ ਲੋਕ ਜੋ ਸਨ, ਉਹਨਾਂ ਨੇ ਕਾਫੀ ਇਸ ਦੇ ਵਿੱਚ ਹਿੱਸਾ ਪਾਇਆ, ਕਿਉਂਕਿ ਜਿਹੜੇ ਕੌਜ਼ ਸਨ ਪੁਲਿਸ ਐਂਡ ਕ੍ਰਾਈਮ ਕਮਿਸ਼ਨਰ ਹੋਣ ਦੇ, ਉਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਬਹੁਤ ਪਹਿਲਾ ਮੌਕਾ ਸਾਰੀ ਪਬਲਿਕ ਨੂੰ ਮਿਲਿਆ ਜਿਸ ਦੇ ਵਿੱਚ ਇਸ ਤਰ੍ਹਾਂ ਕਿਸੇ ਨੇ ਕਿਹਾ ਦ ਮੋਸਟ ਸਿਗਨੀਫੀਕੈਂਟ ਡੈਮੋਕ੍ਰੈਟਿਕ ਰਿਫਾਰਮ ਆਫ ਪੋਲਿਸਿੰਗ ਇਨ ਆ ਲਾਈਫ ਟਾਈਮ, ਜਿਹੜਾ ਹੋਮ ਆਫਿਸ ਦੇ ਵੱਲੋਂ ਹੋਇਆ ਸੀਗਾ, ਕਿ ਇੱਕ ਬਹੁਤ ਅਜੀਬ, ਇੱਕ ਬਹੁਤ ਪੋਲੀਟੀਕਲ ਤੌਰ ਤੇ, ਰਾਜਨੀਤਿਕ ਤੌਰ ਤੇ ਲੋਕਾਂ ਦੀ ਵਿਲ ਲਈ ਜਾਵੇ ਕਿ ਕੌਣ ਪੁਲਿਸ ਨੂੰ ਚਲਾਉਣ ਦੇ ਲਈ, ਕੌਣ ਪੁਲਿਸ ਐਂਡ ਕ੍ਰਾਈਮ ਕਮਿਸ਼ਨਰ ਹੋਵੇ। ਤੇ ਬਬ ਜੌਨ ਜੋ ਕਿ ਵੁਲਵਰਹੈਂਪਟਨ ਦੀ ਕਨਸਟੀਚੁਐਂਸੀ ਤੋਂ 1980 ਤੋਂ ਉਹ ਲੇਬਰ ਦੇ ਦੁਆਰਾ ਕਾਰਿਆਕਰਤਾ ਸਨ, ਉਹਨਾਂ ਨੂੰ ਇਸ ਕੰਮ ਦੇ ਲਈ ਚੁਣਿਆ ਗਿਆ। ਤੇ ਅਸੀਂ ਜਾਣਦੇ ਹਾਂ ਕਿ ਇਹ ਮਿਡ ਟਰਮ ਜਿਹੜੀਆਂ ਇਲੈਕਸ਼ਨ ਹੋ ਰਹੀਆਂ ਨੇ 21 ਅਗਸਤ ਨੂੰ, ਸਾਡੀ ਪੂਰੀ ਪ੍ਰਾਰਥਨਾ ਹੈ ਕਿ ਮੇਰੇ ਪਿਆਰੇ ਭੈਣਾਂ ਤੇ ਭਾਈਓ, ਸਾਨੂੰ ਜਦ ਵੋਟ ਦਾ ਹੱਕ ਮਿਲਦਾ ਹੈ, ਅਧਿਕਾਰ ਮਿਲਦਾ ਹੈ, ਤਦ ਅਸੀਂ ਜਾਣ ਲਈਏ ਕਿ ਇਹ ਅਧਿਕਾਰ ਸਾਨੂੰ ਪਰਮੇਸ਼ਰ ਵੱਲੋਂ ਮਿਲਿਆ ਹੈ, ਕਿ ਹਰ ਇਨਸਾਨ ਆਜ਼ਾਦ ਹੈ ਔਰ ਉਹ ਸੋਚੇ ਸਮਝੇ ਔਰ ਆਪਣੀ ਉਸ ਦੇ ਉੱਤੇ ਹਾਜ਼ਰੀ ਕਰੇ ਕਿ ਹਾਂ ਮੈਂ ਇਹਨਾਂ ਗੱਲਾਂ ਦੇ ਉੱਤੇ ਵਿਸ਼ਵਾਸ ਕਰਦਾ ਜਾਂ ਕਰਦੀ ਹਾਂ। ਇਸ ਲਈ ਆਪਣੇ ਵੋਟ ਦਾ ਹੱਕਦਾਰ ਜੋ ਵੀ ਹੈ 21 ਅਗਸਤ ਨੂੰ ਇਸ ਦੇ ਵਿੱਚ ਸ਼ਾਮਲ ਹੋਣਾ। ਤੇ ਅਸੀਂ ਜਾਣਦੇ ਹਾਂ ਕਿ ਇਸ ਵਿੱਚ ਖੁਦਾਵੰਦ ਦੇ ਲੋਕ ਜਿਹੜੇ ਹਨ, ਖਾਸ ਤੌਰ ਤੇ ਮੈਂ ਮਸੀਹੀ ਲੋਕਾਂ ਨੂੰ ਆਖਾਂਗਾ ਕਿ ਕਈ ਦਫਾ ਪਾਸਟਰ ਜੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਕੋਲ ਕੁਝ ਰਾਜ ਦੇ ਵਿੱਚ ਕੁਝ ਗੱਲਾਂ ਕਰਨ ਦੇ ਲਈ ਹੋਣ। ਇਸ ਲਈ ਮੈਂ ਅੱਜ ਯਾਕੂਬ ਦੇ ਖੱਤ ਦੇ ਵਿੱਚੋਂ ਵੀ ਚੁਣਿਆ ਹੈ ਕਿ ਜੇ ਸਾਨੂੰ ਖੁਦਾਵੰਦ ਦੁਆ ਵੀ ਕਰਦੇ ਹਾਂ ਕਿ ਪ੍ਰਭੂ ਜੀ ਤੇਰਾ ਰਾਜ ਆਵੇ, ਤਦ ਸਾਨੂੰ ਜ਼ਰੂਰੀ ਹੈ ਕਿ ਅਸੀਂ ਰਾਜ ਕਰਨ ਵਾਲੇ ਲੋਕਾਂ ਦੇ ਲਈ ਪ੍ਰਾਰਥਨਾ ਕਰਕੇ ਉਹਨਾਂ ਨੂੰ ਉੱਥੇ ਭੇਜੀਏ, ਤਾਂ ਕਿ ਉਹਨਾਂ ਦੇ ਦਿਲਾਂ ਦੇ ਵਿੱਚ ਡਰ ਤੇ ਭੈ ਹੋਵੇ ਤੇ ਉਹ ਖੁਦਾਵੰਦ ਦੇ ਲੋਕਾਂ ਔਰ ਪਰਮੇਸ਼ਰ ਦੇ ਲੋਕਾਂ, ਪਰਮੇਸ਼ਰ ਇੱਕੋ ਹੈ ਔਰ ਪਰਮੇਸ਼ਰ ਔਰ ਇਨਸਾਨਾਂ ਦੇ ਦਰਮਿਆਨ ਇੱਕੋ ਮਸੀਹਾ ਹੈ। ਅਸੀਂ ਸਭ ਪਰਮੇਸ਼ਰ ਦੀ ਜਨਤਾ ਹਾਂ, ਸਭ ਪਰਮੇਸ਼ਰ ਦੇ ਬੱਚੇ ਹਾਂ। ਆਓ ਅਸੀਂ ਪਾਸਟਰ ਜੀ ਕੋਲੋਂ ਅਗਲੇ ਸਬਕ ਵੱਲ ਚੱਲਦੇ ਹੋਏ ਮੈਂ ਇੱਥੇ ਕਹਾਂਗਾ ਕਿ ਇਹ ਏਰੀਆ ਭਾਵੇਂ ਬਹੁਤ ਵੱਡਾ ਹੈ, 2.8 ਮਿਲੀਅਨ ਦੀ ਲੁੱਕ ਆਫਟਰ ਕਰਦੇ ਹੋਏ 348 ਸਕੁਅਰ ਮਾਈਲ ਦਾ ਏਰੀਆ ਕਵਰ ਕਰਦੇ ਹੋਏ ਅਸੀਂ ਜਾਣਦੇ ਹਾਂ ਕਿ ਬਹੁਤ ਰਿਸਪੌਂਸਿਬਿਲਿਟੀ ਦੀ ਜੌਬ ਹੈ। ਪਰ ਜਿਨ੍ਹਾਂ ਲੋਕਾਂ ਦੇ ਦਿਲਾਂ ਦੇ ਵਿੱਚ ਪਰਮੇਸ਼ਰ ਕੰਮ ਕਰਦਾ ਹੈ ਉਹ ਇਹਨਾਂ ਕੰਮਾਂ ਨੂੰ ਕਰ ਪਾਉਂਦੇ ਨੇ। ਤੇ ਸਾਡੇ ਇਲੀਅਸ ਮੱਟੂ ਜੀ ਜਿਹੜੇ ਨੇ, ਮੈਨੂੰ ਪੂਰਾ ਭਰੋਸਾ ਹੈ, ਮੈਨੂੰ ਪੂਰੀ ਇਹਦਾ ਜਾਣਕਾਰੀ ਹੈ ਕਿ ਜਦੋਂ ਨੌਜਵਾਨ ਸਨ ਤਦ ਮੈਂ ਉਹਨਾਂ ਨੂੰ ਕਿਹਾ, ਨੌਜਵਾਨ ਜੀ, ਭਲਵਾਨ ਸਾਹਿਬ ਜੀ, ਇਸ ਕੰਮ ਵਿੱਚ ਵੀ ਲੋਕਾਂ ਦੀ ਸੇਵਾ ਕਰੋ। ਉਹ ਤਦ ਤੋਂ ਖੁਦਾਵੰਦ ਦੇ ਲੋਕਾਂ ਦੀ ਸੇਵਾ ਕਰਦੇ ਨੇ, ਅਣਥੱਕ ਮਿਹਨਤ ਕਰਕੇ, ਪਰਮੇਸ਼ਰ ਦਾ ਡਰ ਭੈ ਰੱਖਦੇ ਹੋਏ, ਕਿਉਂਕਿ ਪਰਮੇਸ਼ਰ ਦੀ ਸਭ ਤੋਂ ਵੱਡੀ ਜਿਹੜਾ ਕਲਾਮ ਦਾ ਹਿੱਸਾ ਪਾਦੀ ਸਾਹਿਬ ਵੀ ਸੁਣਾਉਣਗੇ, ਕਿਉਂਕਿ ਲਿਖਿਆ ਹੋਇਆ ਯਾਕੂਬ ਦੇ ਖੱਤ ਵਿੱਚ ਉਹਦੀ ਪਹਿਲੇ ਬਾਬ ਦੀ 27 ਵਿੱਚ ਹੈ ਕਿ ਸਾਡੇ ਪਰਮੇਸ਼ਰ ਅਤੇ ਪਿਤਾ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਇਹ ਹੈ ਕਿ ਅਨਾਥਾਂ ਅਤੇ ਵਿਧਵਾਂ ਦੀ ਉਹਨਾਂ ਦੀ ਵਿਪਤਾ ਦੇ ਵੇਲੇ ਸੁਧ ਲੈਣੀ ਅਤੇ ਆਪਣੇ ਆਪ ਨੂੰ ਜਗਤ ਤੋਂ ਨਿਹਕਲੰਕ ਰੱਖਣਾ। ਜਿਹੜੇ ਚੁਣੇ ਜਾਂਦੇ ਨੇ ਉਹਨਾਂ ਦੇ ਲਈ ਸਾਡੀਆਂ ਦੁਆਵਾਂ ਹੁੰਦੀਆਂ ਨੇ ਕਿ ਜਗਤ ਉਹਨਾਂ ਤੇ ਕੋਈ ਉਂਗਲੀ ਨਾ ਲਾ ਸਕੇ, ਉਹ ਨੇਕਲੰਕ ਰਹਿਣ। ਖੁਦਾਵੰਦ ਯਿਸੂ ਮਸੀਹ ਦੇ ਵੀ ਅਸੀਂ ਜਾਣਦੇ ਹਾਂ ਕਿ ਇੱਕ ਵਿਧਵਾ ਨੇ ਦੱਸਿਆ ਗਿਆ ਹੈ ਕਿ ਉਸਨੇ ਬਾਰ-ਬਾਰ ਆ ਕੇ ਅਰਜ਼ ਕੀਤੀ ਕਿ ਮੇਰਾ ਜਿਹੜਾ ਫੈਸਲਾ ਕਰਵਾ ਦਿਓ। ਤੇ ਜੱਜ ਜਿਹੜਾ ਭਾਵੇਂ ਰਿਸ਼ਵਤਖੋਰ ਸੀਗਾ, ਪਰ ਫਿਰ ਵੀ ਇਹ ਜਾਣ ਕੇ ਕਿ ਬਾਰ-ਬਾਰ ਮੇਰੇ ਕੋਲ ਆ ਰਹੀ ਆ, ਤੇ ਉਹਦਾ ਫੈਸਲਾ ਜਿਹੜਾ ਸੁਣਾ ਦਿੱਤਾ ਉਹਦੇ ਹੱਕ ਦੇ ਵਿੱਚ, ਤਾਂ ਕਿ ਉਹਨੂੰ ਕੋਈ, ਇਸੇ ਲਈ ਜ਼ਰੂਰੀ ਹੈ ਕਿ ਜੋ ਚੁਣੇ ਜਾਂਦੇ ਨੇ ਉਹ ਸਾਡੇ ਸਮਾਜ ਦੇ ਵਿੱਚ ਲੋਕ ਦੀ ਸੇਵਾ ਕਰਨ ਦੇ ਲਈ। ਕ੍ਰਿਸਚੀਅਨ ਇੱਕ ਐਸਾ ਇਨਵਾਇਰਮੈਂਟ ਹੈ ਸਾਰੇ ਯੂਰਪ ਤੋਂ, ਜੋ ਕਿ ਅਸੀਂ ਜਾਣਦੇ ਹਾਂ ਕਿ ਬਹੁਤ ਸਾਲਾਂ ਤੋਂ ਪੈਦਾ ਹੋਇਆ, ਤੇ ਜੋ ਕ੍ਰਿਮੀਨਲ ਜਸਟਿਸ ਸਿਸਟਮ ਦੇ ਲਾਅ ਵਗੈਰਾ ਤੁਰੇਤ ਦੇ ਮੁਤਾਬਕ ਪੁਰਾਣੇ ਅਹਿਦਨਾਮੇ ਦੇ ਬਣਾਏ, ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਂਦਾ ਹੈ। ਤੇ ਇਹ ਪੁਲਿਸ ਆ ਔਰ ਦੁਨੀਆ ਆ ਜਿਹੜੇ ਲੋਕਾਂ ਨੂੰ ਅੱਗੇ ਭੇਜ ਕੇ ਲੋਕਾਂ ਦੇ ਇਨਸਾਫ ਦੇ ਲਈ ਉਹਨਾਂ ਦੇ ਉੱਤੇ ਮੋਨੀਟਰ ਹੁੰਦੀ ਹੈ, ਉਹਨਾਂ ਨੂੰ ਸੁਝਾਅ ਕੀਤਾ ਜਾਂਦਾ ਕਿ ਬਜਟ ਕਿਸ ਤਰ੍ਹਾਂ ਖਤਮ ਹੋਣਾ। ਇਸ ਲਈ ਮੇਰੇ ਪਿਆਰੇ ਭੈਣਾਂ ਤੇ ਭਾਈਓ, ਸੈਮੂਅਲ ਜੀ ਵੀ
ਬਹੁਤ ਹੀ ਮਿਹਨਤ ਕਰਕੇ ਲੇਬਰ ਦੇ ਵਿੱਚ ਆਪਣਾ ਯੋਗਦਾਨ ਪੂਰਾ ਕਰਦੇ ਨੇ। ਉਦੋਂ ਤੋਂ ਹੀ ਜਦੋਂ ਤੋਂ ਏਲੀਅਸ ਮੱਟੂ ਜੀ ਲੇਬਰ ਪਾਰਟੀ ਦੇ ਨਾਲ ਆਏ, ਉਦੋਂ ਤੋਂ ਸੈਮੂਅਲ ਮੈਸੀ ਜੀ ਵੀ ਹੈਂਡਸਵਰਥ ਦੇ ਏਰੀਏ ਦੇ ਵਿੱਚ ਆਪਣੀ ਪੂਰੀ ਸੇਵਾ ਕਰਦੇ, ਨਾਲ ਦੀ ਨਾਲ ICC ਦੀ ਵੀ ਖਿਦਮਤ ਕਰਦੇ ਜਾ ਰਹੇ ਨੇ। ਜੀ ਸੈਮੀ ਜੀ। ਜੀ ਥੈਂਕ ਯੂ ਜੀ। ਇਸ ਤੋਂ ਪਹਿਲਾਂ ਮੈਂ ਅੱਗੇ ਵਧਾਂ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਇਹ ਜਿਹੜੀ ਵੋਟਿੰਗ ਹੋਣੀ ਹੈ 21 ਤਰੀਕ ਨੂੰ ਜੀ, ਅਸੀਂ ਤੁਹਾਡੇ ਕੋਲ ਉਮੀਦ ਕਰਦੇ ਹਾਂ ਪੂਰੀ, ਤੇ ਤੁਹਾਨੂੰ ਰਿਕੁਐਸਟ ਵੀ ਕਰਦੇ ਹਾਂ ਵੀ ਤੁਸੀਂ ਸਾਰੇ ਵੋਟ ਪਾ ਕੇ ਆਇਓ। ਹਾਲਾਂਕਿ ਇਸ ਵਾਰੀ ਜਿਹੜੀ ਇਲੈਕਸ਼ਨ ਦੀ ਕਾਸਟ ਆ ਉਹ ਬਹੁਤ ਜ਼ਿਆਦਾ ਆ ਜੀ, ਪਰ ਹੈਡ 15 ਪਾਉਂਡ ਕਾਸਟ ਆ ਇੱਕ ਬੰਦੇ ਦੀ, ਓਵਰ 3.7 ਮਿਲੀਅਨ ਤੱਕ ਵੀ ਜਾ ਸਕਦੀ ਆ, ਕਿਉਂਕਿ ਕਈ ਸਕੂਲ ਜਿਹੜੇ ਹੈਗੇ ਬੰਦ ਆ, ਹਾਲੇ ਛੁੱਟੀਆਂ ਹਨ, ਉਹਨਾਂ ਨੂੰ ਵੈਨਿਊ ਜਿਹੜੇ ਹੈਗੇ ਨਵੇਂ ਅਰੇਂਜ ਕਰਨੇ ਪੈਣੇ ਆ, ਉਹ ਵੀ ਕਾਸਟ ਆ। ਤੇ ਫਿਰ ਜਿਹੜੇ ਵਰਕਰ ਜਿਹੜੇ ਐਂਡ ਆਫ ਦ ਡੇ ਜਾ ਕੇ ਕਾਊਂਟਿੰਗ ਹੁੰਦੀ ਆ, ਉਹ ਵੀ ਛੁੱਟੀਆਂ ਤੇ ਆ। ਇਸ ਕਰਕੇ ਇਹ ਜਿਹੜਾ ਇਲੈਕਸ਼ਨ ਹੈ ਇਹਨੂੰ ਆਪਾਂ ਕਾਮਯਾਬ ਬਣਾਉਣਾ। ਤੇ ਲੇਬਰ ਪਾਰਟੀ ਵੱਲੋਂ ਜਿਹੜੇ ਕੈਂਡੀਡੇਟ ਸਾਡੇ ਖੜੇ ਹੋਏ ਹਨ, ਡੇਵਿਡ ਜੇਮਸਨ, ਉਹਨਾਂ ਨੂੰ ਪੂਰੀ ਸਪੋਰਟ ਕਰਨੀ ਹੈ। ਮੈਂ ਆਪ ਸਭ ਨੂੰ ਤਾਕੀਦ ਕਰਦਾ ਵੀ ਆਪ ਇਹ ਸਾਰਾ ਕੁਝ ਭੁੱਲ ਕੇ ਆਪਣਾ ਵਕਤ ਥੋੜਾ ਜਿਹਾ ਜ਼ਰੂਰ ਕੱਢਿਓ। ਤੁਹਾਡੇ ਘਰ ਕਾਰਡ ਪਹੁੰਚ ਗਏ ਆ ਇਸ ਵਕਤ, ਸਾਡੇ ਤਾਂ ਆ ਗਏ, ਤੁਹਾਡੇ ਵੀ ਆ ਗਏ ਭਾਈ ਸਾਹਿਬ ਜੀ ਆ ਗਏ, ਤੇ ਜ਼ਰੂਰ ਜਾ ਕੇ ਵੋਟ ਪਾਓ। ਸਗੋਂ ਜੇ ਕੋਈ ਨਹੀਂ ਵੀ ਪਹੁੰਚ ਸਕਦਾ ਉਹਨੂੰ ਵੀ ਲੈ ਜਾਓ ਤਾਂ ਕਿ ਉਹ ਵੋਟ ਪਾ ਕੇ ਆਵੇ, ਤਾਂ ਕਿ ਇਹ ਜਿਹੜਾ ਕਾਰੋਬਾਰ ਹੈ, ਇਹ ਜਿਹੜਾ ਸਰਕਾਰੀ ਕੰਮ ਹੈ, ਇਹ ਚੱਲਦਾ ਰਹੇ। ਸਾਨੂੰ ਇਹਨਾਂ ਦੇ ਅਧੀਨ ਹੀ ਰਹਿਣਾ ਪੈਣਾ ਸਾਨੂੰ। ਤੇ ਇਹ ਜਿਹੜਾ ਕੰਮ ਹੈ ਇਹਨਾਂ ਦਾ, ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਵੀ ਜਿੱਦਾਂ ਲੇਟ ਬੌਬ ਜੋਨ ਕਰ ਗਏ, ਤੇ ਇਹ ਵੀ ਹੋ ਸਕਦਾ ਉਹਨਾਂ ਨੂੰ ਅੱਗੇ ਬੈਟਰ ਕਰਨ। ਸੈਮੀ ਜੀ, ਮੈਂ ਦੱਸਿਆ ਕਿ ਉਹਨਾਂ ਨੇ 1,17,388 ਵੋਟਾਂ ਲੈ ਕੇ, ਔਰ ਬਹੁਤ ਅੱਛੀ ਗਿਣਤੀ ਦੇ ਵਿੱਚ ਉਹਨਾਂ ਨੇ ਜਿੱਤ ਪਾਈ, ਔਰ ਉਹ ਕੰਮ ਵੀ ਬਹੁਤ ਮਿਹਨਤ ਨਾਲ, ਮੇਰਾ ਉਹਨਾਂ ਦਾ ਪਰਸਨਲ ਤੌਰ ਤੇ ਵੀ ਕਈ ਦਫਾ ਜਾਣ ਦਾ ਮੌਕਾ ਮਿਲ ਗਿਆ, ਔਰ ਉਹਨਾਂ ਦੇ ਜਿਹੜੇ ਡਿਪਟੀ ਨੇ ਉਹ ਵੀ ਬਹੁਤ ਮਿਹਨਤ ਦੇ ਨਾਲ ਕੰਮ ਕਰਦੇ ਨੇ, ਔਰ ਸਾਨੂੰ ਪੂਰਾ ਭਰੋਸਾ ਹੈ ਕਿ ਜਿੱਥੇ ਲੋਕਾਂ ਦੀ ਪ੍ਰੋਬਲਮ ਹੁੰਦੀ ਹੈ ਜਾਂ ਜੋ ਉਹਨਾਂ ਦੀਆਂ ਡਿਊਟੀਆਂ ਨੇ ਉਹ ਅੱਛੇ ਤਰੀਕੇ ਦੇ ਨਾਲ ਕਰਦੇ ਨੇ। ਇਸ ਲਈ 21 ਤਰੀਕ ਨੂੰ ਆਪਾਂ ਸਾਰੇ ਰਲ ਕੇ ਵੋਟ ਪਾ ਕੇ ਆਵਾਂਗੇ ਜੀ। ਇਹ ਜਿਹੜੀਆਂ ਵੋਟਿੰਗ ਹੈਗੀਆਂ ਬਰਮਿੰਗਮ, ਕੋਵੈਂਟਰੀ ਜੀ, ਸੋਲੀਹਲ, ਵਲਸਰ, ਡਡਲੀ, ਸੈਂਡਵਲ ਤੇ ਵੁਲਵਰਹੈਂਪਟਨ, ਇਹ ਐਡਾ ਬੜਾ ਇਹਨਾਂ ਦਾ ਏਰੀਆ ਹੈ ਜਿਹੜਾ ਕਿ ਇਹਨਾਂ ਨੇ ਕਵਰ ਕਰਨਾ ਹੈ ਪੁਲਿਸਿੰਗ ਤੇ। ਜੀ ਸੈਮੀ ਜੀ, ਕਿ ਕੋਵੈਂਟਰੀ ਦਾ ਇਲਾਕਾ ਮੇਰਾ ਚਰਚ ਦਾ ਇਲਾਕਾ ਹੈ, ਤੇ ਮੈਂ ਪੜ੍ਹ ਰਿਹਾ ਸੀ ਕਿ ਉਸ ਏਰੀਆ ਦੇ ਵਿੱਚ ਸਭ ਤੋਂ ਘੱਟ ਵੋਟਾਂ ਪਈਆਂ। ਮੇਰੇ ਪਿਆਰੇ ਭੈਣਾਂ ਤੇ ਭਾਈਓ, ਮਸੀਹੀ ਲੋਗੋ, ਤੁਸੀਂ ਆਪਣੇ ਵੋਟ ਦਾ ਪੂਰਾ ਅਖਤਿਆਰ ਅਧਿਕਾਰ ਦੇ ਨਾਲ ਸਮਾਜ ਦੇ ਲਈ ਉਹਦੇ ਵਿੱਚ ਅੱਗੇ ਆ ਕੇ ਵਧੋ, ਔਰ ਦੱਸੋ ਕਿ ਅਸੀਂ ਸਮਾਜ ਦੇ ਵਾਸਤੇ ਕੀ ਚਾਹੁੰਦੇ ਹਾਂ। ਕਈ ਦਫਾ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਜੋ ਅਸੀਂ ਮਸੀਹ ਹਾਂ, ਸਾਡੀ ਰਿਪਰੈਜ਼ੈਂਟੇਸ਼ਨ ਇਹ ਇੰਗਲੈਂਡ ਹੈ, ਇੱਥੇ ਹਰ ਇੱਕ ਜਾਤੀ, ਧਰਮ ਔਰ ਭਾਸ਼ਾ, ਹਰ ਇੱਕ ਇਨਸਾਨ ਨੂੰ ਪੂਰੀ ਆਜ਼ਾਦੀ ਹੈ। ਇਸ ਲਈ ਤੁਸੀਂ ਆਪਣੀ ਵੋਟ ਦਾ ਪੂਰਾ ਇਸਤੇਮਾਲ ਕਰਨਾ। 21 ਤਰੀਕ ਨੂੰ ਟਾਈਮ ਕੱਢ ਕੇ, ਇਸ ਮਹੀਨੇ ਦੀ 21 ਤਰੀਕ ਨੂੰ, ਔਰ ਨਾਲ ਦੀ ਨਾਲ 23 ਤਰੀਕ ਦਾ ਨਹੀਂ ਭੁੱਲਣਾ, ਕਿਤੇ ਇਦਾਂ ਨਾ ਹੋਵੇ ਵੋਟ ਦਾ ਕਰਕੇ ਤੁਸੀਂ ਆਕਸਫੋਰਡ ਦੀ ਕਨਵੈਨਸ਼ਨ ਤੇ ਨਾ ਜਾਓ। 23 ਤਰੀਕ ਨੂੰ ਆਕਸਫੋਰਡ ਦੀ ਪਾਦੀ ਸਾਹਿਬ ਉੱਥੇ ਪ੍ਰੀਚ ਕਰ ਰਹੇ ਨੇ, ਤੇ ਮੈਂ ਵੀ ਇਹਨਾਂ ਦਾ ਸਾਥ ਦਿਆਂਗਾ ਜੀ। 23 ਅਗਸਤ ਨੂੰ ਆਕਸਫੋਰਡ ਦੀ ਸੇਮ ਪਲੇਸ ਸੇਮ ਟਾਈਮ, 23 ਅਗਸਤ ਨੂੰ ਜੀ। ਪਾਦੀ ਸਾਹਿਬ, ਤੁਸੀਂ ਵੀ ਰਿਕੁਐਸਟ ਕਰ ਦਿਓ ਆਪਣੇ ਸੁਣਨ ਵਾਲਿਆਂ ਨੂੰ, ਆਪਣੇ ਤੁਹਾਡੇ ਚਰਚਸ ਬਹੁਤ ਸਾਰੇ ਤੁਹਾਡੇ ਲਿੰਕ ਆ, ਉਹ ਸਾਰਿਆਂ ਨੂੰ ਦੱਸ ਦਿਓ ਵੀ 21 ਤਰੀਕ ਨੂੰ ਜਿਹੜੀ ਵੋਟਿੰਗ ਆ ਉਹ ਜ਼ਰੂਰ ਕਰਕੇ ਆਉਣ। ਜੀ ਹਾਂ, ਮੈਂ ਆਪਣੇ तमाम ਅਜ਼ੀਜ਼ਾਂ ਨੂੰ ਜਿਹੜੇ ਸੁਣ ਰਹੇ ਇਸ ਵਕਤ, ਬਹੁਤ ਕੁਛ ਪਾਸਟਰ ਪ੍ਰੇਮ ਸਿੰਘ ਜੀ ਵੀ ਕਹਿ ਗਏ ਔਰ ਬ੍ਰਦਰ ਸੈਮੂਅਲ ਜੀ ਨੇ ਵੀ ਕਿਹਾ, ਔਰ ਤੁਸੀਂ ਬਹੁਤ ਦਫਾ ਸੁਣ ਰਹੇ, ਵੋਟਾਂ ਤੁਹਾਡੇ ਘਰਾਂ ਦੇ ਵਿੱਚ ਪਹੁੰਚ ਚੁੱਕੀਆਂ। ਲੇਕਿਨ ਅਸੀਂ ਜੋ ਵੋਟਿੰਗ ਇਹ ਹੈ ਕਿ ਹਰ ਆਦਮੀ ਦੀ ਇੱਛਾ ਔਰ ਖੁਆਇਸ਼ ਹੁੰਦੀ ਕਿ ਸਾਡਾ ਲੀਡਰ ਜਿਹੜਾ ਉਹ ਇੱਕ ਅੱਛਾ ਹੋ, ਔਰ ਅਸੀਂ ਜਦੋਂ ਵੀ ਵੋਟਿੰਗ ਕਰਦੇ ਇੱਕ ਅੱਛਾ ਲੀਡਰ ਚੁਣ ਕੇ ਵੋਟ ਕਰਦੇ, ਅੱਖਾਂ ਬੰਦ ਕਰਕੇ ਵੋਟ ਪਾਵਾਂਗੇ ਤੇ ਫਿਰ ਅਸੀਂ ਖੁਦ ਹੀ ਧੋਖਾ ਖਾਵਾਂਗੇ। ਸੋ ਇਸ ਲਈ ਮੇਰੇ ਅਜ਼ੀਜ਼ ਭੈਣੋ ਤੇ ਭਰਾਓ, ਜਿੰਨੇ ਵੀ ਸੁਣ ਰਹੇ ਹੋ ਤੁਸੀਂ, ਜਿੰਨੇ ਵੀ ਇਹ ਸਮਝ ਰੱਖਦੇ ਕਿ ਕਿੱਦਾਂ ਸਾਨੂੰ ਇੱਕ ਅੱਛਾ ਲੀਡਰ ਚੁਣਨਾ ਚਾਹੀਦਾ ਜੋ ਸਾਡੇ ਏਰੀਆ ਦੀ ਹਿਫਾਜ਼ਤ ਕਰ ਸਕੇ। ਕਈ ਦਫਾ ਆਪਾਂ ਲੋਕ ਸੋਚਦੇ ਹਾਂ ਕਿ ਆ ਏਰੀਆ ਖਰਾਬ ਹੋ ਗਿਆ, ਉਹ ਏਰੀਆ ਖਰਾਬ ਹੋ ਗਿਆ। ਮੇਰੇ ਅਜ਼ੀਜ਼ੋ, ਇਸ ਲਈ ਖਰਾਬ ਹੁੰਦਾ ਕਿ ਜਦੋਂ ਲੀਡਰ ਗਲਤ ਆ ਜਾਏ, ਜਦੋਂ ਲੀਡਰ ਕੇਅਰ ਨਹੀਂ ਕਰਦਾ, ਲੀਡਰ ਪਰਵਾਹ ਨਹੀਂ ਕਰਦਾ, ਲੀਡਰ ਜਿਹੜਾ ਆ ਉਹਨੂੰ ਉਹਨੇ ਵੋਟਾਂ ਲਈਆਂ, ਆਰਾਮ ਦੇ ਨਾਲ ਬੈਠ ਗਿਆ।
ਸੋ ਪਰ ਇਹ ਲੇਕਿਨ ਇਹ ਹੈ ਕਿ ਜਦੋਂ ਅਸੀਂ ਅੱਛੇ ਲੀਡਰ ਦੀ ਮੰਗ ਕਰਦੇ ਹਾਂ, ਅੱਛੇ ਲੀਡਰ ਨੂੰ ਚੁਣਦੇ ਹਾਂ, ਤੇ ਸਾਨੂੰ ਜ਼ਰੂਰ ਉਹਨਾਂ ਨੂੰ ਵੋਟ ਪਾਉਣੀ ਚਾਹੀਦੀ ਆ। ਮੈਂ ਆਪਣੇ तमाम ਚਰਚ ਮੈਂਬਰਸ ਜਿੰਨੇ ਵੀ ਮੇਰੇ ਅਜ਼ੀਜ਼ ਆ, ਭੈਣ ਭਰਾ, ਯਾਰ ਦੋਸਤ ਆ, ਦੂਸਰੇ ਮਸੀਹੀ ਲੋਕੀ ਵੀ ਜਾਂ ਜਿਹੜੇ ਨਹੀਂ ਵੀ ਮਸੀਹੀ ਲੋਕੀ, ਮੈਂ ਉਹਨਾਂ ਸਭਨਾਂ ਦੇ ਅੱਗੇ ਰਿਕੁਐਸਟ ਕਰੂੰਗਾ ਕਿ ਪਲੀਜ਼ ਆਪਣਾ ਲੀਡਰ ਜਿਹੜਾ ਆ ਉਹ ਐਸਾ ਚੁਣੀਏ ਕਿ ਜਿਹੜਾ ਜਿੱਥੇ ਤੁਹਾਨੂੰ ਭਰੋਸਾ ਹੋਵੇ, ਤੁਹਾਨੂੰ ਮਾਣ ਹੋਵੇ, ਔਰ ਤੁਸੀਂ ਉਹਨੂੰ ਤੁਸੀਂ ਉਹ ਆਪਣੀ ਵੋਟ, ਕਿਉਂਕਿ ਵੋਟ ਕੋਈ ਮਾਮੂਲੀ ਚੀਜ਼ ਨਹੀਂ, ਵੋਟ ਇੱਕ ਐਸੀ ਕੀਮਤੀ ਚੀਜ਼ ਆ ਜੋ ਤੁਹਾਡਾ ਫੈਸਲਾ ਕਰਦੀ ਆ। ਵੋਟ ਉਹ ਆ ਜਿਹੜਾ ਉਹ ਲੀਡਰ ਜਿਹੜਾ ਤੁਹਾਡੇ ਦੁੱਖ ਸੁੱਖ ਦੇ ਵਿੱਚ ਖੜਾ ਹੋ ਸਕਦਾ। ਜਿਸ ਤਰ੍ਹਾਂ ਇਹਨਾਂ ਨੇ ਬਿਆਨ ਕੀਤਾ ਆ ਕਿ ਕਾਉਂਸਲਰ ਇਲਿਆਸ ਮਸੀਹ ਜੋ ਵੁਲਵਰਹੈਂਪਟਨ ਦੇ ਵਿੱਚ ਆ, ਬਹੁਤ ਸਾਲਾਂ ਤੋਂ ਕਾਉਂਸਲਰ ਰਹੇ ਆ ਔਰ ਅੱਜ ਵੀ ਉਹ ਕੈਬਨਿਟ ਮਿਨਿਸਟਰ ਆ। ਗॉड हैव ब्लेस्ड दिस मैन, खुदा ने उस शख्स ਨੂੰ ਬਹੁਤ ਸਾਰੀ ਬਰਕਤ ਦਿੱਤੀ, ਇਸ ਲਈ ਕਿ ਉਹ ਇੱਕ ਪਹਿਲੀ ਚੀਜ਼ ਕਿ ਉਹਨਾਂ ਦਾ ਈਮਾਨ ਯਿਸੂ ਮਸੀਹ ਦੇ ਵਿੱਚ ਆ, ਔਰ ਉਹ ਆਪਣੇ ਕੈਬਨਿਟ ਦੇ ਵਿੱਚ ਵੀ, ਆਪਣੇ ਆਫਿਸ ਵਿੱਚ ਵੀ ਆਪਣੀ ਬਾਈਬਲ ਨੂੰ ਰੱਖਦੇ ਆ, ਬਾਈਬਲ ਨੂੰ ਪੜ੍ਹਦੇ, ਬਾਈਬਲ ਦੇ ਅਨੁਸਾਰ ਚੱਲਦੇ ਆ। ਐਂਡ ਆਈ ਡੂ ਥੈਂਕ ਯੂ ਐਂਡ ਆਮ ਵੈਰੀ ਪ੍ਰਾਊਡ ਆਫ ਮਾਈ ਬ੍ਰਦਰ, ਕਿਉਂਕਿ ਖੁਦਾ ਨੇ ਉਹਨੂੰ ਬਰਕਤ ਦਿੱਤੀ ਹੋਈ ਆ। ਔਰ ਦੂਸਰੀ ਚੀਜ਼ ਇਹ ਆ ਕਿ ਉਹ ਅੱਛਾ ਲੀਡਰ ਆ ਉਹ, ਇਸ ਲਈ ਕਿਉਂਕਿ ਵੁਲਵਰਹੈਂਪਟਨ ਦੇ ਅੰਦਰ ਜੇ ਉਹ ਉਸ ਦਾ ਏਰੀਆ ਨਹੀਂ ਗਾ ਵੀ, ਤਾਂ ਵੀ ਦੂਸਰੇ ਲੋਕੀ ਏਰੀਆ ਦੇ ਲੋਕ ਜਿਹੜੇ ਉਹਦੇ ਕੋਲ ਆਉਂਦੇ ਆ। ਕਿਉਂ ਆਉਂਦੇ? ਕਿਉਂਕਿ ਉਹ ਜਾਣਦੇ ਆ ਕਿ ਇਹ ਸਾਡੀ ਗੱਲ ਸੁਣੇਗਾ, ਸਾਡੀ ਗੱਲ ਦੂਰ ਤੱਕ ਪਹੁੰਚਾਏਗਾ, ਸਾਨੂੰ ਹੱਕ ਦਿਵਾਏਗਾ, ਸਾਡੀ ਮਦਦ ਕਰੇਗਾ। तो इसलिए प्रभु खुदा का वो डर रखते हुए और सब की हिफाजत, सब की सेवा वो करते हैं। तो इसलिए इस तरह के काउंसलर इलियास मट्टू वर्गे लीडर की सानू जरूरत आ जो दिल ला के खुदा दी नहीं सिर्फ खुदा दी विच होके पब्लिक दी भी सेवा कर दे। एंड वी आर ग्रेटफुल फॉर दिस काइंड ऑफ लीडर्स। प्लीज आज आप भी जो 21 तारीख को वोटां पै रही, आप भी एक अपना मनपसंद, एक सच्चा, एक नेक, मेहनत करने वाला, वफादार लीडर चुनिए ताकि तुहानू कोई परेशानी ना हो और तुहानू खुदा आशीष और बरकत देगा। मैं गॉड ब्लेस यू। थैंक यू ਭਾਈ ਸਾਹਿਬ। ਜਿਸ ਤਰ੍ਹਾਂ ਕਿ ਬਾਈਬਲ ਦੇ ਵਿੱਚ ਇੱਕ ਕਿੱਸਾ ਡੈਨੀਅਲ ਦਾ, ਜਿਸ ਵਕਤ ਉਹਨੂੰ ਜੇਲ੍ਹ ਦੇ ਵਿੱਚ ਸਿੱਟਤਾ ਜਾਂਦਾ, ਸ਼ੇਰਾਂ ਦੇ ਮੂਹਰੇ ਸਿੱਟ ਦਿੱਤਾ ਜਾਂਦਾ, ਉਹਦੀ ਵਜ੍ਹਾ ਕੀ ਸੀਗੀ? ਉਸ ਦੀ ਵਜ੍ਹਾ ਖੁਦਾਵੰਦ ਦੇ ਕਲਾਮ ਦੇ ਪਾਕ ਕਲਾਮ ਦੇ ਵਿੱਚ, ਪੁਰਾਣੇ ਏਧਨਾਮ ਦੇ ਵਿੱਚ, ਡੈਨੀਅਲ ਦੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਕਿ ਕਿਉਂਕਿ ਉਸਨੇ ਪਰਮੇਸ਼ਵਰ ਨੂੰ ਪਹਿਲ ਦਿੱਤੀ ਜੀ। ਉਸਨੇ ਦੂਸਰੇ ਦੇ ਕਰਕੇ ਇਹ ਨਹੀਂ ਕਿ ਉਸ ਨੂੰ ਪ੍ਰਾਰਥਨਾ ਕਰਨ ਦੇ ਲਈ ਕਿਹਾ ਗਿਆ ਕਿ ਪ੍ਰਾਰਥਨਾ ਨਾ ਕੀਤੀ ਜਾਵੇ, ਪਰ ਉਸਨੇ ਆਪਣੇ ਈਮਾਨ ਦੇ ਉੱਤੇ ਪੱਕਾ ਰਿਹਾ। ਬਿਲਕੁਲ ਸਾਨੂੰ ਇਸ ਤਰ੍ਹਾਂ ਸੋਚਣਾ ਚਾਹੀਦਾ ਕਿ ਸਾਡੀ ਜੋ ਪਹਿਲ ਹੈ, ਸਾਡੀ ਆਪਣੀ ਮਨੁੱਖੀ ਤੌਰ ਤੇ ਆਪਣੀ ਇੰਡੀਵਿਜੂਅਲਿਟੀ ਹੈ। ਹਰ ਇੱਕ ਇਨਸਾਨ ਵਿਅਕਤੀਗਤ ਤੌਰ ਤੇ ਆਜ਼ਾਦ ਹੈ। ਹਰ ਇੱਕ ਇਨਸਾਨ ਦੇ ਅੰਦਰ ਉਹਦਾ ਆਪਣਾ ਇਨਰ ਮੈਨ ਹੈ ਔਰ ਉਸ ਦੇ ਆਲੇ ਦੁਆਲੇ ਸਾਡਾ ਸਰੀਰ ਹੈ, ਜਿਸ ਦੇ ਕਰਕੇ ਅਸੀਂ ਆਪਣੇ ਇਨਰ ਮੈਨ, ਜਿਸ ਦੇ ਵਿੱਚ ਸਾਡਾ ਇਤਕਾਦ ਹੈ, ਉਸਨੇ ਆਪਣੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਿਆ। ਪਰ ਦੇਖੋ ਜਦ ਉਹਨੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਿਆ ਤੇ ਉਹਦੀ ਪਦਵੀ ਕਿੱਥੋਂ ਤੱਕ ਗਈ। ਔਰ ਇਸੇ ਤਰ੍ਹਾਂ ਜਦ ਜਿਹੜੇ ਇਹ ਅਹਿਲਕਾਰ ਹੁੰਦੇ ਨੇ, ਦੇਖੋ ਇੱਕ ਪਰਿਵਾਰ ਹੈ ਔਰ ਇੱਕ ਇਨਸਾਨ ਉਹ ਪਰਿਵਾਰ ਦੀ ਯੂਨਿਟ ਹੈ। ਜਦ ਪਰਿਵਾਰ ਇਕੱਠੇ ਹੁੰਦੇ ਨੇ ਪਾਦੀ ਸਾਹਿਬ, ਤੇ ਪਿੰਡ, ਗਾਉਂ, ਸ਼ਹਿਰ, ਗ੍ਰਾਂ ਤੇ ਇਸ ਤਰ੍ਹਾਂ ਜ਼ਿਲ੍ਹੇ, ਤਹਿਸੀਲਾਂ ਔਰ ਪ੍ਰਾਂਤ ਬਣਦੇ ਨੇ, ਤੇ ਇਸ ਤਰ੍ਹਾਂ ਹੋ ਜਾਂਦਾ ਕਿ ਇੱਕ ਦੇਸ਼ ਬਣ ਜਾਂਦਾ ਹੈ। ਔਰ ਖੁਦਾਵੰਦ ਦੇ ਕਲਾਮ ਦੇ ਵਿੱਚ ਲਿਖਿਆ ਕਿ ਅਬਰਾਹਮ ਨੂੰ ਖੁਦਾਵੰਦ ਨੇ ਜਦੋਂ ਬੁਲਾਇਆ ਤੇ ਉਹਨਾਂ ਦੇ ਨਾਲ ਵਾਅਦਾ ਕੀਤਾ ਕਿ ਮੈਂ ਤੈਨੂੰ ਐਸਾ ਦੇਸ਼ ਦਿਆਂਗਾ ਜਿੱਥੇ ਤੇਰੇ ਵਾਸਤੇ ਤੇਰੀ ਕੌਮ, ਅੱਜ ਦੁਨੀਆ ਦੇ ਵਿੱਚ ਕੋਈ ਐਸੀ ਕੌਮ ਨਹੀਂ ਆ ਜਿਹਦਾ ਕੋਈ ਐਸਾ ਖਿਆਲ ਹੋਵੇ ਕਿ ਉਹ ਸ਼ੁਰੂ ਤੋਂ ਹੀ ਇੱਕੋ ਪਰਮੇਸ਼ਰ ਨੂੰ ਮੰਨਦੇ ਆਇਆ। ਸਿਰਫ ਔਰ ਸਿਰਫ ਅਬਰਾਹਮ ਤੋਂ ਪੈਦਾ ਹੋਈ 12 ਕਬੀਲੇ ਔਰ ਉਸ ਦੇ ਦੁਆਰਾ ਜੋ ਅੱਜ ਇਸਰਾਈਲ ਦੇ ਵਿੱਚ ਬਨੀ ਇਸਰਾਈਲ ਦੀ ਕੌਮ ਕਾਇਮ ਹੈ, ਉਹ ਸਿਰਫ ਔਰ ਸਿਰਫ ਪਰਮੇਸ਼ਵਰ ਦੇ ਉਹਨਾਂ ਕਬੀਲਿਆਂ ਦੇ ਵਿੱਚੋਂ, 2 ਕਬੀਲਿਆਂ ਦੇ ਵਿੱਚੋਂ ਜਿਹੜੀ ਹੈ ਉਹ ਮੌਜੂਦ ਪਾਈ ਜਾਂਦੀ ਹੈ। ਆਮੀਨ। ਔਰ ਸ਼ੁਰੂ ਤੋਂ ਅਸੀਂ ਦੇਖਦੇ ਹਾਂ ਕਿ ਖੁਦਾਵੰਦ ਉਹਨਾਂ ਲੋਕਾਂ ਨੂੰ ਪਹਿਲ ਦਿੰਦਾ ਹੈ, ਉਹਨਾਂ ਲੋਕਾਂ ਨੂੰ ਬਰਕਤ ਦਿੰਦਾ ਹੈ ਜੋ ਉਸ ਉੱਤੇ ਭਰੋਸਾ ਤੇ ਤਵੱਕਲ ਕਰਦੇ ਆ। ਤੇ ਮੈਂ ਕਹਿੰਦਾ ਕਿ ਨਬੀਆਂ ਦੀ ਤਰ੍ਹਾਂ ਇਹ ਡੈਨੀਅਲ ਨਬੀ ਜੋ ਹੈ ਬਹੁਤ ਹੀ ਇੱਕ ਨੌਜਵਾਨ ਹੈ। ਬਾਕੀ ਨਬੀ ਵੀ ਖੁਦਾ ਦੇ ਕਲਾਮ ਦੇ ਵਿੱਚ ਬਹੁਤ, ਅਸੀਂ ਪਾਦੀ ਸਾਹਿਬ ਤੋਂ ਸੁਣਾਂਗੇ ਬਹੁਤ ਅੱਛੇ ਕਲਾਮ ਦੇ ਬਾਰੇ। ਤੇ ਮੈਂ ਜ਼ਿਆਦਾ ਨਾ ਕਹਿੰਦਾ ਹੈ, ਮੈਂ ਇਹ ਕਹਾਂਗਾ ਕਿ ਮਸੀਹੀ ਲੋਕਾਂ ਨੂੰ ਖਾਸ ਤੌਰ ਤੇ ਬਹੁਤ ਸਾਰੇ ਭਾਈ ਭੈਣ ਕਹਿ ਦਿੰਦੇ, ਪ੍ਰੇਮ ਜੀ ਤੁਸੀਂ ਪੋਲੀਟੀਕਲ ਲੋਕ ਤਿਆਰ ਕਿਉਂ ਨਹੀਂ ਕਰਦੇ? ਪਰ ਉਹ ਭੁੱਲ ਜਾਂਦੇ ਆ, ਸੈਮੂਅਲ ਜੀ ਤੁਹਾਨੂੰ ਨਹੀਂ ਦੇਖਦੇ, ਤੁਹਾਨੂੰ ਵੀ ਤਾਂ ਅਸੀਂ ਤਿਆਰ ਕੀਤਾ। ਉਹ ਭੁੱਲ ਜਾਂਦੇ ਆ ਸਾਡੇ ਬਹੁਤ ਹੀ youth and the very strong and bravest man, ਕਾਉਂਸਲਰ, ਕੈਬਨਿਟ ਮਿਨਿਸਟਰ ਇਲਿਆਸ ਮੱਟੂ ਜੀ ਨੂੰ। ਹੋਰ ਵੀ ਬਹੁਤ ਸਾਰੇ ਮਸੀਹ ਲੋਕ ਨੇ ਜਿਹੜੇ ਕਾਉਂਸਲਰ ਨੇ। ਸਾਡੀ ਦੁਆ ਹੈ
ਕਿ ਉਹਨਾਂ ਦੀ ਇਹ ਅਣਥਕ ਮਿਹਨਤ ਪ੍ਰਭੂ ਯਿਸੂ ਮਸੀਹ ਦੇ ਨਾਮ ਨੂੰ ਜਲਾਲ ਦੇਵੇ। ਜੀ ਸੈਮੀ ਜੀ। ਜੀ ਥੈਂਕ ਯੂ ਭਾਈ ਸਾਹਿਬ ਜੀ। ਦੋਸਤੋ, ਇਸ ਤੋਂ ਪਹਿਲਾਂ ਵੀ ਅਸੀਂ ਬ੍ਰੇਕ ਦੇ ਵੱਲ ਚੱਲੀਏ, ਮੈਂ ਤੁਹਾਨੂੰ ਇਹ ਗੱਲ ਦੱਸ ਦੇਣਾ ਚਾਹੁੰਦਾ ਵੀ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਨੂੰ ਪਾਕ ਕਲਾਮ ਬਾਰੇ ਹੋਰ ਜਾਣਕਾਰੀ ਹੋਵੇ, ਤੁਸੀਂ ਫ੍ਰੀ ਬਾਈਬਲ ਚਾਹੁੰਦੇ ਹੋ, ਸਾਡੇ ਬ੍ਰਦਰ ਚਰਨਜੀਤ ਸਿੰਘ ਜੀ ਜੋ ਲੰਡਨ ਦੇ ਵਿੱਚ ਹਨ, ਉਹਨਾਂ ਨੇ ਇਹ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ। ICC ਦਾ ਨੰਬਰ ਸਕਰੀਨ ਤੇ ਆਵੇਗਾ, ਤੁਸੀਂ ਉਸ ਨੰਬਰ ਨੂੰ ਨੋਟ ਕਰੋ, ਸਾਨੂੰ ਰਿੰਗ ਕਰਿਓ, ਅਸੀਂ ਉਹ ਬਾਈਬਲ ਤੁਹਾਡੇ ਤੱਕ ਪਹੁੰਚਾਵਾਂਗੇ। ਬਾਈਬਲ ਚਾਹੇ ਕਿਸੇ ਵੀ ਲੈਂਗੁਏਜ ਹੋਵੇ, ਉਹਦੀ ਕੋਈ ਕਾਸਟ ਨਹੀਂ ਹੈ। ਤਾਂ ਤੁਸੀਂ ਜ਼ਰੂਰ, ਜੇ ਤੁਹਾਨੂੰ ਉਹ 'ਚ ਕੋਈ ਸਮਝ ਨਹੀਂ ਆਉਂਦਾ ਤਾਂ ਤੁਸੀਂ ਦੁਬਾਰਾ ਇਸ ਪ੍ਰੋਗਰਾਮ ਦੇ ਨੰਬਰ ਤੇ ਉਸੇ ਤੇ ਫੋਨ ਕਰੋ, ਅਸੀਂ ਤੁਹਾਡੀ ਜਿਹੜਾ ਕੋਈ ਵੀ ਤੁਹਾਡਾ ਜਿਹੜਾ ਸਵਾਲ ਹੋਏਗਾ ਉਹਨੂੰ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਉਸ ਵਕਤ, ਨਹੀਂ ਤਾਂ ਉਹਨੂੰ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਬਾਅਦ ਦੇ ਵਿੱਚ ਸਮਝਾਇਆ ਜਾਏਗਾ। ਜੀ ਭਾਈ ਸਾਹਿਬ ਜੀ, ਮੈਂ ਇਹ ਬਹੁਤ ਅੱਛੀ ਖਿਦਮਤ ਹੈ ਜੋ ਕਿ ICC ਦੇ ਦੁਆਰਾ ਹਰ ਹਫਤੇ ਤੁਹਾਡੇ ਤੱਕ ਸੈਟਰਡੇ ਵਾਲੇ ਦਿਨ ਪਹੁੰਚਿਆ ਜਾਂਦਾ। ਅਗਰ ਤੁਸੀਂ ਵੀ ਕੋਈ ਖਾਸ ਹਿੱਸਾ ਪਾਉਣਾ ਚਾਹੁੰਦੇ ਹੋ, ਡਜ਼ ਨਾਟ ਮੈਟਰ ਯੂ ਆਰ ਕ੍ਰਿਸਚੀਅਨ ਔਰ you are non-Christian, if you have an issue for the community and you want to contribute, be in touch with ICC. You can bring your जो भी subject है, ताकि ਅਸੀਂ ਲੋਕ ਸੇਵਾ ਦੇ ਵਾਸਤੇ ਕਰ ਸਕੀਏ। ਅੱਜ ਦੀ ਇਹ ਨਹੀਂ ਕੋਈ ਗਵਰਨਮੈਂਟ ਸਾਨੂੰ ਪੈਸੇ ਦਿੰਦੀ ਆ ਤਾਂ ਅਸੀਂ ਇਸ ਲਈ ਇਹ ਕਹਿ ਰਹੇ ਹਾਂ, ਅਸੀਂ ਇਸ ਲਈ ਕਹਿ ਰਹੇ ਹਾਂ ਕਿ ਸਾਡੇ ਕੋਲ ਇਹ ਜੋ ਅਧਿਕਾਰ ਹੈ, ਇਹ ਅਧਿਕਾਰ ਸਾਨੂੰ ਪਰਮੇਸ਼ਵਰ ਹਰ ਇੱਕ ਨੂੰ ਦਿੰਦਾ ਹੈ ਕਿ ਇਨਸਾਨ ਫ੍ਰੀ ਵਿਲ ਦੇ ਨਾਲ ਪੈਦਾ ਹੋਇਆ। ਆਇਆ ਉਹ ਚੋਇਸ ਆਪਣੀ ਪਰਮੇਸ਼ਰ ਨੂੰ ਚੁਣ ਲਵੇ ਜਾਂ ਉਹ ਪਰਮੇਸ਼ਰ ਨੂੰ ਨਾ ਚੁਣੇ। ਪਰ ਸਾਡਾ ਮੇਨ ਮਕਸਦ ਇਹ ਆ ਕਿ ਜਦ ਸਰਕਾਰਾਂ ਇਸ ਦੇਸ਼ ਦੇ ਵਿੱਚ, ਦੇਖੋ ਕ੍ਰਿਸਚੀਅਨ ਸਰਕਾਰਾਂ ਜਿੰਨੀਆਂ ਵੀ ਯੂਰਪ ਦੇ ਵਿੱਚ ਨੇ, ਉਹ ਸਟੇਬਲ ਗਵਰਨਮੈਂਟ ਨੇ, ਕਿਉਂਕਿ ਉਹਨਾਂ ਦੀ ਬੁਨਿਆਦ ਜਿਹੜੀ ਹੈ ਉਹ ਕਾਫੀ ਤੌਰ ਤੇ ਇਸ ਗੱਲ ਤੇ ਡਿਪੈਂਡ ਕਰਦੀ ਹੈ ਕਿ ਅਨਾਥਾਂ ਦੀ ਸੇਵਾ ਕੀਤੀ ਜਾਵੇ, ਵੈਲਫੇਅਰ ਸਿਸਟਮ ਲਿਆਂਦਾ ਜਾਵੇ और हर एक इंसान रोटी कपड़ा मकान का हकदार होवे। और देखो फिर एजुकेशन जो है, और दुनिया के बनने तक अफ्रीका एक ऐसा देश है, ऐसा कॉन्टीनेंट है जिस दे विच मिशनरियां ने और खास तौर पे यूरोपियन दे ਵੈਲਫੇਅਰ ਐਜੂਕੇਸ਼ਨਲ ਸੁਸਾਇਟੀਆਂ ਨੇ ਜਾ ਕੇ ਉੱਥੇ ਐਜੂਕੇਸ਼ਨ ਤਿਆਰ ਕੀਤੀ ਹੈ। ਦੋਸਤੋ, ਹੁਣ ਬ੍ਰੇਕ ਦਾ ਟਾਈਮ ਹੋ ਗਿਆ, ਅਸੀਂ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਾਂਗੇ। ਇਸ ਦੇ ਦੌਰਾਨ ਤੁਸੀਂ ਆਪਣੇ ਕਿਸੇ ਮਿੱਤਰ ਨੂੰ, ਆਪਣੇ ਫਰੈਂਡ ਨੂੰ ਜਾਂ ਕਿਸੇ ਰਿਸ਼ਤੇਦਾਰ ਲਈ ਪ੍ਰਾਰਥਨਾ ਕਰਾਉਣਾ ਚਾਹੁੰਦੇ ਹੋ, ਉਹਨਾਂ ਨੂੰ ਫੋਨ ਕਰਕੇ ਦੱਸੋ ਪ੍ਰੋਗਰਾਮ ਦੇਖਣ, ਤੇ ਸਾਨੂੰ ਫੋਨ ਕਰਨ, ਅਸੀਂ ਉਹਨਾਂ ਲਈ ਦੁਆ ਜ਼ਰੂਰ ਕਰਾਂਗੇ। ਥੈਂਕ ਯੂ।
ਦੋਸਤੋ ਅਸੀਂ ਇੱਕ ਵਾਰੀ ਫੇਰ ਆਪ ਦਾ ਸਵਾਗਤ ਕਰਦੇ ਹਾਂ ਹੈਵਨ ਗੇਟ ਪ੍ਰੋਗਰਾਮ ਦੇ ਵਿੱਚ, ਜਿਹੜਾ ਕਿ ICC ਵੱਲੋਂ ਅਰੇਂਜ ਕੀਤਾ ਜਾਂਦਾ ਹਨ। ਇਹ ਸਾਰੇ ਸਪਾਂਸਰ ਪ੍ਰੋਗਰਾਮ ਹਨ। ਜਿੰਨੇ ਵੀ ਤੁਸੀਂ ਪ੍ਰੋਗਰਾਮ ਹਰ ਸੈਟਰਡੇ ਨੂੰ ਦੇਖਦੇ ਹੋ, ਬਹੁਤ ਸਾਰੇ ਇੰਡੀਵਿਜੂਅਲ, ਬਹੁਤ ਸਾਰੇ ਚਰਚਿਜ਼ ਇਹਨਾਂ ਨੂੰ ਸਪੋਰਟ ਕਰਦੇ ਹਨ। ਜੇ ਤੁਸੀਂ ਇਸ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ, ਤੁਸੀਂ ਇਸ ਨੂੰ ਸਪਾਂਸਰ ਕਰਾਉਣਾ ਚਾਹੁੰਦੇ ਹੋ, ਤਾਂ ਸਾਡਾ ਨੰਬਰ ਆਵੇਗਾ ਸਕਰੀਨ ਤੇ, ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰੋ, ਕੰਟੈਕਟ ਕਰੋ ਤੇ ਅਸੀਂ ਜ਼ਰੂਰ ਤੁਹਾਨੂੰ ਇਨਫੋਰਮੇਸ਼ਨ ਦੇ ਦੇਵਾਂਗੇ ਤੇ ਤੁਸੀਂ ਇਸ ਵਿੱਚ ਸਾਡੀ ਹੈਲਪ ਕਰ ਸਕਦੇ ਹੋ। ਬਹੁਤ ਸਾਰੇ ਲੋਕ ਇਸ ਵਚਨ ਨੂੰ ਸੁਣ ਕੇ, ਜੋ ਕਿ ਇੱਥੇ ਆ ਕੇ ਪਾਦਰੀ ਸਾਹਿਬ ਸੁਣਾਉਂਦੇ ਹਨ, ਬਹੁਤ ਸਾਰੇ ਲੋਕਾਂ ਨੂੰ ਸ਼ਿਫਾ ਮਿਲੀ ਹੈ, ਬਹੁਤ ਸਾਰੇ ਲੋਕਾਂ ਨੂੰ ਸ਼ਾਂਤੀ ਮਿਲੀ ਹੈ। ਤੁਸੀਂ ਇਹ ਕੰਮ ਆਪਣੇ ਥੋੜ੍ਹਾ ਜਿਹਾ ਧਨ ਲਾ ਕੇ ਕਰਵਾ ਸਕਦੇ ਹੋ ਤੇ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਤੁਸੀਂ ਇਹਦੇ ਬਾਰੇ ਜ਼ਰੂਰ ਸੋਚੋ ਤੇ ਇਸ ਪ੍ਰੋਗਰਾਮ ਨੂੰ ਸਪੋਰਟ ਕਰੋ। ਅੱਜ ਸਾਡੇ ਨਾਲ ਪਾਦਰੀ ਸਾਹਿਬ ਪਾਸਟਰ ਆਇਜ਼ਕ ਮਸੀਹ ਮੱਟੂ ਵੁਲਵਰਹੈਂਪਟਨ ਤੋਂ, ਜਿਹੜੇ ਦੱਸ ਚੁੱਕੇ ਹਨ ਕਿ ਉਹ ਕਿੰਨੇ ਚਰਚਸ ਦੇ ਵਿੱਚ ਕੰਮ ਕਰ ਰਹੇ ਹਨ, ਕਿੰਨਾ ਉਹਨਾਂ ਨੇ ਮਸੀਹ ਦਾ ਪ੍ਰਚਾਰ ਜਿਹੜਾ ਹੈਗਾ ਕੋਨੇ-ਕੋਨੇ ਤੱਕ ਲਿਜਾਣ ਦੀ ਪੂਰੀ ਕੋਸ਼ਿਸ਼ ਦੇ ਵਿੱਚ ਲੱਗੇ ਰਹਿੰਦੇ ਆ। ਕਦੀ ਵੀ ਇਹਨਾਂ ਨੂੰ ਕੰਟੈਕਟ ਕਰਨਾ ਹੋਵੇ, ਇਹਨਾਂ ਨਾਲ ਕੰਟੈਕਟ ਨਹੀਂ ਹੁੰਦਾ ਜਲਦੀ, ਕਿਉਂਕਿ ਇੰਨੇ ਬਿਜ਼ੀ ਹੁੰਦੇ ਆ, ਕਿਤੇ ਨਾ ਕਿਤੇ ਮੀਟਿੰਗ ਤੇ, ਕਿਸੇ ਨਾ ਕਿਸੇ ਦੇ ਘਰ ਕੋਈ ਨਾ ਕੋਈ ਮਰੀਜ਼ ਨੂੰ ਦੇਖਣ ਗਏ ਹੋਏ ਆ, ਜ਼ਰੂਰ ਕਿਸੇ ਨਾ ਕੁਛ ਇਸੇ ਚੱਕਰ ਦੇ ਵਿੱਚ ਹੀ ਫਿਰਦੇ ਰਹਿੰਦੇ ਆ। ਬਹੁਤ ਵਾਰੀ ਇਹਨਾਂ ਦੇ ਘਰ ਵੀ ਫੋਨ ਕਰੀਦਾ ਤਾਂ ਸਾਨੂੰ ਇਹੀ ਖਬਰ ਮਿਲਦੀ ਹੈ ਵੀ ਪਾਦਰੀ ਸਾਹਿਬ ਅੱਜ ਫਲਾਨੀ ਜਗ੍ਹਾ ਤੇ ਫਲਾਨੇ ਹਸਪੀਟਲ ਦੇ ਵਿੱਚ ਪਹੁੰਚੇ ਹੋਏ ਹਨ। ਪਰਮੇਸ਼ਵਰ ਦਾ ਸ਼ੁਕਰ ਹੈ ਕਿ ਪਰਮੇਸ਼ਵਰ ਨੇ ਇਹਨਾਂ ਨੂੰ ਸੰਭਾਲ ਕੇ ਰੱਖਿਆ ਹੈ। ਇਹਨਾਂ ਨੂੰ ਪਰਮੇਸ਼ਵਰ ਹੋਰ ਵੀ ਜ਼ਿਆਦਾ ਅੱਛੀ ਸਿਹਤ ਦੇਵੇ ਤਾਂ ਕਿ ਪਰਮੇਸ਼ਵਰ ਦਾ ਕੰਮ ਹੋਰ ਵੀ ਵੱਧ ਚੜ੍ਹ ਕੇ ਕਰਨ। ਭਾਈ ਸਾਹਿਬ, ਅੱਜ ਦਾ ਜਿਹੜਾ ਤੁਸੀਂ ਸਾਡੇ ਲਈ ਕਲਾਮ ਲੈ ਕੇ ਆਏ ਹੋ ਜੀ, ਉਹਦੇ ਤੇ ਰੋਸ਼ਨੀ ਪਾਓ। ਜੀ ਹਾਂ, ਅੱਜ ਦਾ ਜੋ ਮਜ਼ਮੂਨ ਆ, ਅੱਜ ਦਾ ਟੌਪਿਕ ਹੈਗਾ ਦ ਚੋਇਸ, ਕਿ ਸਾਡੀ ਇੱਕ ਆਪਣੀ ਚੋਣ ਜਾਂ ਸਾਡੀ ਆਪਣੀ ਪਸੰਦ, ਅਸੀਂ ਕੀ ਚੁਣਦੇ ਹਾਂ ਕੀ ਨਹੀਂ। ਹੁਣੀ ਥੋੜੀ ਦੇਰ ਪਹਿਲੋਂ ਬ੍ਰਦਰ ਸੈਮੂਅਲ ਜੀ, ਪਾਸਟਰ ਪ੍ਰੇਮ ਜੀ ਇਸੇ ਟੌਪਿਕ ਦੇ ਉੱਪਰ ਅਸੀਂ ਗੱਲ ਕਰਦੇ ਸੀਗੇ ਕਿ ਜੋ ਚੋਣਾਂ ਦੇ ਬਾਰੇ, ਕਿ ਚੋਇਸ ਕੀ ਆ। ਅਸੀਂ ਚੁਣਦੇ ਅਸੀਂ ਉਦੋਂ ਚੁਣਦੇ ਜਦੋਂ ਅਸੀਂ ਇੱਕ ਚੋਇਸ ਬਣਾਉਂਦੇ ਹਾਂ। ਤੋ ਇਸੇ ਟੌਪਿਕ ਦੇ ਉੱਪਰ ਗੱਲ ਕਰਾਂਗੇ ਕਿ ਅੱਜ ਜੋ ਸਮਾਂ ਆ ਗਿਆ ਕਿ ਅਸੀਂ ਕੀ ਚੁਣਨਾ ਹੈ, ਸਾਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ। ਹਰ ਆਦਮੀ ਇਹ ਚਾਹੁੰਦਾ ਕਿ ਮੈਂ ਇੱਕ ਅੱਛਾ ਹੀ ਚੁਣਾਂ। ਪਰ ਜੋ ਛੋਟੀਆਂ ਗੱਲਾਂ, ਘਰੇਲੂ ਮਸਲਿਆਂ ਦੇ ਅੰਦਰ ਵੀ ਅਸੀਂ ਚੰਗੇ ਤੋਂ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਚੰਗੀ ਚੋਣ ਲੜਨ ਦੀ ਕੋਸ਼ਿਸ਼ ਕਰਦੇ ਹਾਂ। ਕਈ ਕਿਉਂਕਿ ਉਹ ਸਾਡੀ ਆਪਣੀਆਂ ਸੋਚਾਂ ਨਾਲ ਵੀ ਹੁੰਦਾ, ਕਈ ਦਫਾ ਅਸੀਂ ਗਲਤ ਫੈਸਲਾ ਹੋ ਜਾਂਦਾ, ਸਾਡੇ ਕੋਲ ਗਲਤ ਚੋਣ ਲੈਂਦੇ ਹਾਂ। ਇਸ ਲਈ ਅਸੀਂ ਕਈ ਦਫਾ ਉਹਦਾ ਜਿਹੜਾ ਨਤੀਜਾ ਆ ਉਹ ਵੀ ਭੁਗਤਦੇ ਹਾਂ। ਲੇਕਿਨ ਜਦੋਂ ਅਸੀਂ ਕਲਾਮ ਦੇ ਵਿੱਚ ਵੀ ਦੇਖਦੇ ਹਾਂ, ਕਲਾਮ ਦੇ ਵਿੱਚ ਜੋ ਦੇਖਦੇ ਹਾਂ ਕਿ ਜਦੋਂ ਖੁਦਾ ਨੇ ਲੋਕਾਂ ਨੂੰ ਚੁਣਿਆ, ਜਦੋਂ ਖੁਦਾ ਨੇ ਲੋਕਾਂ ਨੂੰ ਖੜੇ ਕੀਤਾ ਔਰ ਉਹਨਾਂ ਨੂੰ ਵੀ ਖੁਦਾ ਨੇ ਹੁਕਮ ਦਿੱਤਾ ਕਿ ਮੈਂ ਤੁਹਾਨੂੰ ਚੁਣਿਆ, ਜਿਸ ਤਰ੍ਹਾਂ ਖੁਦਾਵੰਦ ਯਿਸੂ ਮਸੀਹ ਨੇ ਆਖਿਆ ਯੋਹਨਾ ਦੀ ਅੰਜੀਲ ਦੇ ਵਿੱਚ ਕਿ ਤੁਸੀਂ ਮੈਨੂੰ ਨਹੀਂ ਚੁਣਿਆ, ਮੈਂ ਤੁਹਾਨੂੰ ਚੁਣਿਆ, ਮੈਂ ਤੁਹਾਨੂੰ ਮੁਕਰਰ ਕੀਤਾ, ਮੈਂ ਤੁਹਾਨੂੰ ਠਹਿਰਾਇਆ। ਔਰ ਕਿਸ ਕੰਮ ਲਈ ਖੁਦਾ ਚੁਣਦਾ ਹੈ? ਖੁਦਾ ਇਸ ਲਈ ਨਹੀਂ ਚਾਹੁੰਦਾ ਕਿ ਅਸੀਂ ਐਸ਼ੋ ਆਰਾਮ ਕਰੀਏ, ਖੁਦਾ ਇਸ ਲਈ ਨਹੀਂ ਚਾਹੁੰਦਾ ਕਿ ਆਰਾਮ ਦੇ ਨਾਲ ਬੈਠੇ ਰਹੀਏ, ਜਾਂ ਇਸ ਲਈ ਨਹੀਂ ਚਾਹੁੰਦਾ ਕਿ ਸਾਡਾ ਅਹੁਦਾ बढ़ ਗਿਆ ਜਾਂ ਸਾਡੀ ਬਹੁਤ ਇੱਜ਼ਤ ਹੋ ਗਈ। ਖੁਦਾ ਇਸ ਲਈ ਚਾਹੁੰਦਾ ਤਾਂ ਕਿ ਅਸੀਂ ਉਹਦੀ ਖਿਦਮਤ ਕਰੀਏ, ਔਰ ਉਹਦੀ ਖਿਦਮਤ ਇਹ ਆ ਕਿ ਅਸੀਂ ਛੋਟੇ ਤੋਂ ਛੋਟਾ ਕੰਮ ਵੀ ਕਰੀਏ ਤਾਂ ਕਿ ਉਹ ਸਾਨੂੰ ਛੋਟੇ ਕੰਮ ਤੋਂ ਬੜੇ ਅਹੁਦੇ ਤੱਕ ਲੈ ਕੇ ਜਾਵੇ। ਐਂਡ ਵੀ ਥੈਂਕ ਗॉड ਕਿ ਖੁਦਾ ਸਾਨੂੰ ਚੁਣਦਾ ਹੈ। ਇਨਸਾਨ ਦੀ ਚੋਇਸ ਜਿਹੜੀ ਆ ਜਾਂ ਇਨਸਾਨ ਦਾ ਚੁਣਨਾ ਜਿਹੜਾ ਆ, ਉਹਦੀ ਪਸੰਦ ਜਿਹੜੀ ਆ ਉਹ ਗਲਤ ਹੋ ਸਕਦੀ ਆ, ਪਰ ਖੁਦਾ ਕਦੀ ਵੀ ਗਲਤ ਨਹੀਂ ਚੁਣਦਾ। ਖੁਦਾ ਕਦੀ ਵੀ ਗਲਤ ਥਾਂ ਤੇ ਕਿਸੇ ਨੂੰ ਖੜਾ ਨਹੀਂ ਕਰਦਾ ਜਾਂ ਗਲਤ ਲੀਡਰ ਨਹੀਂ ਖੜਾ ਕਰਦਾ। ਖੁਦਾ ਨੇ ਜਦੋਂ ਵੀ ਚੁਣਿਆ ਔਰ ਉਸ ਲੀਡਰ ਨੂੰ ਕਾਇਮ ਕੀਤਾ ਜਿਹੜਾ ਉਹਦੀ ਦਿਲੋਂ ਉਹਦੀ ਖਿਦਮਤ ਕਰਨ ਵਾਲਾ ਹੋਵੇ। ਜੋ ਅੱਜ ਅਸੀਂ ਇਲਿਆਸ ਕਾਉਂਸਲਰ ਦੇ ਬਾਰੇ ਗੱਲ ਕੀਤੀ ਪਹਿਲਾਂ ਕਿ ਖੁਦਾ ਨੇ ਉਹਨੂੰ ਕਿੰਨੀ ਬਰਕਤ ਦਿੱਤੀ। ਇਹੋ ਜਿਹੇ ਲੀਡਰ ਜਿਹੜੇ ਵਫਾਦਾਰ ਆ, ਖੁਦਾ ਦਾ ਖੌਫ ਰੱਖਣ ਵਾਲੇ ਆ, ਸੱਚਾਈ ਔਰ ਇਮਾਨਦਾਰੀ ਵਿੱਚ ਚੱਲਦੇ ਆ, ਹਰ ਇੱਕ ਇਨਸਾਨ ਦੀ ਉਹ ਖਿਦਮਤ ਕਰਦੇ, ਰਾਤ ਦਿਨ ਉਹਨਾਂ ਦਾ ਦਰਵਾਜ਼ਾ ਖੁੱਲਾ ਰਹਿੰਦਾ ਕਿ ਕੋਈ ਵੀ ਆ ਕੇ ਦਰਵਾਜ਼ੇ ਤੇ ਖਟਖਟਾਉਂਦਾ ਔਰ ਮਦਦ ਮੰਗਦਾ, ਉਹ ਹਰ ਵਕਤ ਜਾਣ ਲਈ ਤਿਆਰ ਆ। ਔਰ ਇਹੋ ਜਿਹੇ ਲੀਡਰਾਂ ਨੂੰ ਆਈ ਸਲੂਟ ਹੈ, ਮੈਂ ਉਹਨਾਂ ਨੂੰ ਸਲਾਮ ਆਖਦਾ ਹਾਂ, ਕਿਉਂਕਿ ਇਹ ਉਹ ਲੋਕੀ ਆ ਜਿਨ੍ਹਾਂ ਨੂੰ ਖੁਦਾ ਨੇ ਖੜੇ ਕੀਤਾ, ਮੁਕਰਰ ਕੀਤਾ, ਜੋ ਸੱਚਾਈ ਔਰ ਵਫਾਦਾਰੀ ਦੇ ਨਾਲ, ਜੋ ਰੰਗ ਭੇਦ ਜਾਤ ਪਾਤ ਦਾ ਸਵਾਲ ਇੱਕ ਪਾਸੇ ਰੱਖ ਕੇ ਖੁਦਾ ਦੀ ਖਿਦਮਤ ਮੰਨਦੇ ਹੋਏ ਉਹ ਇਨਸਾਨਾਂ ਦੇ ਮਦਦਗਾਰ ਬਣਦੇ ਆ। ਇਹੋ ਹੀ ਖੁਦਾ ਚਾਹੁੰਦਾ ਹੈ ਕਿ ਖੁਦਾ ਇਹੋ ਜਿਹੇ ਲੋਕਾਂ ਨੂੰ ਪਸੰਦ ਕਰਦਾ, ਇਹੋ ਜਿਹੇ ਲੋਕਾਂ ਨੂੰ ਖੜੇ ਕਰਦਾ। ਇਸ ਲਈ ਯਿਸੂ ਮਸੀਹ ਨੇ ਕਿਹਾ ਤੁਸੀਂ ਮੈਨੂੰ ਨਹੀਂ ਚੁਣਿਆ, ਮੈਂ ਤੁਹਾਨੂੰ ਚੁਣਿਆ, ਮੈਂ ਤੁਹਾਨੂੰ ਠਹਿਰਾਇਆ ਔਰ ਤੁਹਾਨੂੰ ਇਸ ਜੌਬ ਇਹ ਕੰਮ ਦਿੱਤਾ। ਆਈ ਬਲੀਵ ਗॉड हैव chosen him ਕਿ ਖੁਦਾ ਨੇ ਉਹਨੂੰ ਖੜਾ ਕੀਤਾ ਹੋਇਆ। ਇਸ ਲਈ ਉਹ ਆਪਣਾ ਸਿਰ ਕਿਸੇ ਗਲਤ ਜਗ੍ਹਾ ਦੇ ਉੱਪਰ, ਕਿਸੇ ਗਲਤ ਇਨਸਾਨ ਦੇ ਅੱਗੇ ਨਹੀਂ ਝੁਕਾਉਂਦਾ, ਬਲਕਿ ਉਹ ਵਫਾਦਾਰੀ ਦੇ ਨਾਲ, ਈਮਾਨ ਦੇ ਨਾਲ ਖੁਦਾ ਦੀ ਖਿਦਮਤ ਕਰਦਾ। ਇੱਕ ਦਿਨ ਉਹਨਾਂ ਨੇ ਮੈਨੂੰ ਦੱਸਿਆ, I was so surprised
ਉਹਨਾਂ ਨੇ ਕਿਸੇ ਸ਼ਖਸ ਦੀ ਜੋ ਉਹਨਾਂ ਦੇ ਏਰੀਆ ਦਾ ਵੀ ਨਹੀਂ ਸੀਗਾ ਉਹਦੀ ਮਦਦ ਕੀਤੀ ਔਰ ਉਹ ਸ਼ਖਸ ਬਹੁਤ ਖੁਸ਼ ਹੋਇਆ। ਉਹਨਾਂ ਨੇ ਦੱਸਿਆ ਕਿ ਇੱਕ ਦਿਨ उसने आके दरवाजा खड़काया, लेकिन काउंसलर साहब आप तो उस वक्त घर नहीं सी, लेकिन एक लिफाफा वो घर फड़ा के चले गए। उन्होंने कहा कि जिस वक्त वो आउणगे ये लिफाफा उन्होंने दे दिओ, उन्होंने साडी बहुत मदद की है। लेकिन हैरानगी की गल यह कि जदों काउंसलर साहब वापस घर आए और उन्होंने वो लिफाफा दिता गया तो जो उन्होंने खोल के वेख्या उस लिफाफे के अंदर 500 पाउंड पाया होया सी और थैंक यू कहा गया कि तुसी साडी मदद की आ, असी शुक्रगुजार हाँ, साडे वालों ये स्वीकार करो। अलियास काउंसलर साहब नूं गुस्सा आया, उन्हें लिफाफे नूं जो खोलिया और एकदम उन्होंने उस वक्त अपनी गड्डी चक्की, अपनी कार नूं ड्राइव करदे उहदे घर तक पहुंचे और जाके उसनूं टेलफ किया, उसनूं झिड़किया भी, उसनूं कहा कि मैं पैसे वास्ते काम नहीं करता, मैं वफादारी ना काम करता, मैं ईमानदारी ना काम करता। तुसी तुहानू जरूरत सी, तुसी मेरे को आए, मैं तो वो काम कर सकिया, मेरे को हो गया, मैं खुदा दा शुक्र करदा, तुसी भी खुदा दा शुक्र करो। लेकिन ये जो तुसी मैनू पैसे दिंदे आ, जो मैं समझदा कि तुसी मैनू एक रिश्वत दे रहे। और उसी वक्त उन्होंने लिफाफा उन्होंने फड़ाया और वापस अपने घर आ गए। सो यहो जे लोगों की जरूरत है, यहो जे लीडरां की जरूरत है जो रिश्वत तो नफरत करते, क्योंकि बाइबल दसदी आ कि रिश्वत जिहड़ी आ वो दानिशमंद दी अखां नूं अन्ना करदी है, उहनूं सच्चाई तो दूर कर दिंदी है, उहनूं बेईमानी के रस्ते ते ले जांदी है। इसलिए इंसान थोड़े जे बेईमान हो जाता, वो ज्यादा च भी बेईमानी करता। इसलिए जदों भी वो किसी की मदद करेगा वो ये सोचेगा कि मैनूं कुछ मिले, पर जो सच्चा और नेक लीडर आ वो इदा नहीं सोचता। मैं बिलीव करदा कि खुदा ने एलियास मट्टू नूं इसलिए खड़ा किया, मसीही कौम दे विच उहनूं खड़ा किया, उहनूं वो जगह दी आ जो जिस विच वो सच्चाई ईमानदारी नूं जाहिर कर सके खुदा दे खौफ दे विच। एंड आई डू थैंक यू एंड स्टिल वंस अगेन आई सलूट हिम। सो मेरे अजीज भैणों ते भराओ, ये साडी चॉइस आ। इस आदमी ने सोचा कि मेरी मदद की, मैं पैसे देवां, लेकिन वो चॉइस ये सी कि उन्हें उन्होंने पैसे वापस किए और उसनूं झिड़किया, इसलिए कि तू अगे वास्ते एक काम नहीं करना, जे तू ये काम करना मेरे को नहीं आना। इज दैट वंडरफुल? दैट्स काइंड ऑफ लीडर वी नीड इट। इहो जे लीडर की जरूरत आ। अज भी जो असीं ये गल कर रहे हैं कि जो क्राइम नूं खत्म करने वाला वो लीडर सोचिए, उसनूं चुनिए, उसनूं वोट दईए जिस उत्ते सानूं भरोसा आ, जिस उत्ते असीं सोचदे आ कि इहो लीडर साडे लई अच्छा है, उहनूं वोट दईए। सो मेरे अजीज भैणों ते भराओ, खुदा तुहाडी मदद करेगा। प्रे, प्रार्थना करिए कि खुदावंद सानू वो लीडर दिखा जो तू जिसनूं तू चाहुंदा है, क्योंकि अज के टाइम के अंदर बहुत सारे लीडर इहो जिहे होए जिन्हां ने वड्डे वड्डे वादे कीते, वड्डे वड्डे दावे कीते और कर रहे हैं, लेकिन जदों उन्हां नूं सीट मिल जाती है, पब्लिक जिहड़ी आ वोटां लैके वो लीडर जिहड़ा आ पब्लिक नूं होर भी दुखी कर दिंदा है। अज के मौजूदा समय च आप देखिए, क्योंकि पीपल मेक अ रॉन्ग चॉइस। अज साडे कोल वक्त आ कि असीं एक सही चोण लड़ सकीए। क्यों रॉन्ग चॉइस असीं चोण करते हैं, क्यों गलत लीडर चुन लैंदे हैं? इसलिए क्योंकि सब तो पहली चीज़ कि असीं खुदा दे अगे नहीं हुंदे, खुदा कोल पुछदे नहीं और खुदा दी मर्जी का कोई हुंदा नहीं। जो साडा थोड़ा जिहा काम कर दिंदा असीं उहनूं वोट पा दिंदे हां। दिस इज नॉट राइट। सानूं सही चोण लड़नी चाहिए। अबलीस शैतान बहुत सारे गलत लीडर खड़े कर रहा। बाइबल मुकद्दस दसदी है कि खुदा ने इंसान नूं एक चॉइस दी हुई, फ्री विल दी हुई। थोड़ी देर पहले पास्टर जी ने मैंशन किया कि इंसान दे कोल उहदी अपनी सोच आ, उहदा अपना जहन आ, उहदा अपना दिमाग आ, वो सोच सकदा, वो फैसला कर सकदा है, क्योंकि खुदा ने इंसान नूं आजाद बनाया होया। खुदा ने इंसान नूं नेकी और बदी चुनने का हक दिता है, उन्होंने अधिकार दिता कि तू जो चाहे चुन सकता है, पर हर चीज का उन्होंने नतीजा भी दसिया कि जे तू गलत चोण लड़ेगा तो उसका नतीजा भुगतेगा, जे तू सही चोण लड़ेगा तो तू बरकत पाएगा। आसमान के फरिश्ते भी आजाद आ, स्वर्ग दे विच जिन्ने भी खुदा ने फरिश्ते बनाए जो दी खिदमत विच आ, उन्होंने भी चॉइस है कि वह चुन सकते हैं। इसलिए लूसीफर जो शैतान बन गया, जो दुष्ट बन गया, इसलिए क्योंकि उन्हें रॉन्ग चोण लड़ी। बाइबल मुकद्दस में उसका जिक्र आउंदा, अगर तुसीं पढ़ना चाहो तो पढ़ सकते हो। हज़ीकियल की किताब 28 बाब 11 आयत तो लैके 19 आयत तक उत्थे लिखा गया कि वह किदां करप्ट हो गया, उसदे अंदर किदां गुमंड आ गया,
ਕਿੱਦਾਂ ਉਹਨੇ ਬਹੁਤ ਸਾਰੇ ਫਰਿਸ਼ਤਿਆਂ ਨੂੰ ਆਪਣੇ ਵੱਲ ਲਿਆਂਦਾ, ਕਿਉਂਕਿ ਉਹ ਜੋ ਕਰਪਸ਼ਨ ਉਹਦੇ ਅੰਦਰ ਸੀ ਉਹ ਕਰਪਸ਼ਨ ਉਹਨੇ ਦੂਸਰਿਆਂ ਵਿੱਚ ਵੀ ਭਰਿਆ ਔਰ ਉਹਨਾਂ ਨੂੰ ਖੁਦਾ ਦੀ ਹਜ਼ੂਰੀ ਤੋਂ ਦੂਰ ਲੈ ਗਿਆ। ਔਰ ਫਿਰ ਜਦੋਂ ਜਾ ਕੇ ਯਸ਼ਾਇਆ 14 ਬਾਬ 'ਚ ਪੜ੍ਹਦੇ ਹਾਂ, ਉਹਦੀ 12 ਆਇਤ ਤੋਂ ਲੈ ਕੇ 17 ਆਇਤ ਤੱਕ ਉਸਨੇ 5 ਦਫਾ ਕੀ ਆਖਿਆ ਕਿ ਮੈਂ, ਜਦੋਂ ਉਹਨੇ ਆਪਣੇ ਆਪ ਨੂੰ ਲੀਡਰ ਬਣਾਉਣਾ ਚਾਹਿਆ, ਉਹਨੇ ਆਪਣੇ ਆਪ ਨੂੰ ਖੁਦਾ ਦੀ ਜਗ੍ਹਾ ਦੇ ਵਿੱਚ ਲਿਆਉਣਾ ਚਾਹਿਆ, ਉਸਨੇ, ਕਿਉਂਕਿ ਉਹ ਜਾਣਦਾ ਸੀਗਾ ਉਹਦੇ ਮਾਈਂਡ ਵਿੱਚ ਕੀ ਚੱਲ ਰਿਹਾ, ਹੀ ਵਾਸ ਅ ਫੁੱਲ ਆਫ ਕਰਪਸ਼ਨ। ਔਰ ਉਹੀ ਕਰਪਸ਼ਨ ਜਿਹੜੀ ਸੀ, ਉਹੀ ਉਹਨੇ ਜੋ ਉਹਦੇ ਅੰਦਰ ਬੁਰਾਈ ਭਰ ਗਈ, ਉਹੀ ਬੁਰਾਈ ਉਹਨੇ ਦੂਸਰਿਆਂ ਵਿੱਚ ਭਰਨੀ ਚਾਹੀ, ਤਾਂ ਕਿ ਲੋਕ ਸੱਚਾਈ ਤੋਂ, ਲੋਕ ਖੁਦਾ ਤੋਂ ਦੂਰ ਹੋ ਕੇ ਔਰ ਉਸ ਬੁਰਾਈ ਵਿੱਚ ਜਾ ਡਿੱਗਣ ਜਿਸ ਵਿੱਚ ਉਹ ਖੁਦ ਵੀ ਡਿੱਗ ਗਿਆ। ਇਸ ਲਈ ਮੇਰੇ ਅਜ਼ੀਜ਼ ਭੈਣੋ ਤੇ ਭਰਾਓ, ਅਸੀਂ ਕੀ ਚੁਣਦੇ ਹਾਂ? ਇਹ ਸਾਡੀ ਪਸੰਦ ਆ, ਸਾਡੀ ਚੋਣ ਆ। ਖੁਦਾ ਕਿਸੇ ਨੂੰ ਜ਼ਬਰਦਸਤੀ ਨਹੀਂ ਕਰਦਾ। ਅਗਰ ਖੁਦਾ ਲੋਕਾਂ ਦੇ ਨਾਲ ਜ਼ਬਰਦਸਤੀ ਕਰੇ, ਅਗਰ ਖੁਦਾ ਚਾਹੇ ਤਾਂ ਕੀ ਨਹੀਂ ਹੋ ਸਕਦਾ। ਜਿਸ ਆਪਣੀ ਕਹਾਵਤ ਆ ਕਿ ਉਹਦੀ ਮਰਜ਼ੀ ਤੋਂ ਬਿਨਾਂ ਤੇ ਪੱਤਾ ਨਹੀਂ ਹਿਲਦਾ, ਪਰ ਜੇ ਉਹਦੀ ਮਰਜ਼ੀ ਹੋਏ ਤਾਂ ਇਸੇ ਤਰ੍ਹਾਂ ਖੁਦਾ ਅੱਜ ਵੀ ਕਰ ਸਕਦਾ ਜੋ ਚਾਹੇ। ਪਰ ਉਹ ਤਰਸਵਾਨ ਆ, ਉਹ ਸਾਡਾ ਇੰਤਜ਼ਾਰ ਕਰਦਾ ਆ, ਉਹ ਸਾਨੂੰ ਮੌਕਾ ਦਿੰਦਾ ਆ, ਉਹ ਸਾਨੂੰ ਵਕਤ ਦਿੰਦਾ ਕਿ ਅਸੀਂ ਵੀ ਇੱਕ ਸਹੀ ਚੋਣ ਲੜ ਸਕੀਏ। ਸ਼ੈਤਾਨ ਅੱਜ ਵੀ ਦੁਨੀਆ ਦੇ ਵਿੱਚ ਨੱਠਾ ਫਿਰਦਾ, ਅੱਜ ਵੀ ਲੋਕਾਂ ਨੂੰ ਗੁੰਮਰਾਹ ਕਰ ਰਿਹਾ, ਅੱਜ ਵੀ ਲੋਕਾਂ ਦੇ ਵਿੱਚ ਉਹ ਆਪਣੀ ਕਰਪਸ਼ਨ ਭਰ ਰਿਹਾ, ਅੱਜ ਵੀ ਉਹ ਲੋਕਾਂ ਦੇ ਵਿੱਚ ਆਪਣਾ ਨੇਚਰ ਰੱਖ ਰਿਹਾ। ਇਸ ਲਈ ਲੋਕ ਗਲਤ ਫੈਸਲੇ ਕਰ ਰਹੇ ਆ, ਇਸ ਲਈ ਲੋਕ ਗਲਤ ਲੀਡਰ ਖੜੇ ਕਰ ਰਹੇ ਆ, ਕਿਉਂਕਿ ਗਲਤ ਚੋਣ ਵਿੱਚ ਆ ਗਏ। ਪਰ ਮੇਰੇ ਅਜ਼ੀਜ਼ੋ, ਆਪ ਇਸ ਦੁਸ਼ਟ ਨੂੰ, ਇਸ ਸ਼ੈਤਾਨ ਨੂੰ, ਇਸ ਅਬਲੀਸ ਨੂੰ, ਇਸ ਲੂਸੀਫਰ ਨੂੰ ਪਹਿਚਾਨੀਏ, ਜੋ ਤੁਹਾਡੇ ਅੰਦਰ ਕਰਪਸ਼ਨ ਪੈਦਾ ਕਰ ਰਿਹਾ, ਜੋ ਤੁਹਾਡੇ ਅੰਦਰ ਝੂਠੀ ਆਤਮਾ ਨੂੰ ਭਰ ਰਿਹਾ, ਜੋ ਤੁਹਾਡੀਆਂ ਸੋਚਾਂ ਨੂੰ ਵਿਗਾੜ ਰਿਹਾ, ਜੋ ਤੁਹਾਡੇ ਚਾਲ ਚੱਲਣ ਵਿਗਾੜ ਰਿਹਾ। ਥਿੰਕ ਟੁਡੇ, ਅੱਜ ਸੋਚੀਏ। ਅੱਜ ਸਾਨੂੰ ਜ਼ਰੂਰਤ ਆ ਉਹ ਵਫਾਦਾਰ ਲੀਡਰਾਂ ਦੀ, ਅੱਜ ਸਾਨੂੰ ਜ਼ਰੂਰਤ ਆ ਖੁਦਾ ਦੀ ਖੁਦਾ ਖੌਫੀ ਕਰਨ ਵਾਲੇ ਲੀਡਰਾਂ ਦੀ। ਸਾਨੂੰ ਜ਼ਰੂਰਤ ਉਹਨਾਂ ਦੀ ਜਿਹੜੇ ਖੁਦਾ ਦੇ ਪਾਕ ਕਲਾਮ ਨੂੰ ਅੱਗੇ ਰੱਖ ਕੇ ਖੁਦਾ ਦੀ ਖਿਦਮਤ ਕਰਦੇ ਆ। ਔਰ ਖੁਦਾ ਦੀ ਖਿਦਮਤ ਜਿਹੜੀ ਆ ਉਹ ਤੁਹਾਡੇ ਵਿੱਚ ਹੀ ਹੋਣੀ ਆ, ਕਿਉਂਕਿ ਖੁਦਾ ਤੁਹਾਨੂੰ ਪਿਆਰ ਕਰਦਾ ਹੈ। ਖੁਦਾ ਸਾਨੂੰ ਸਭਨਾਂ ਨੂੰ ਪਿਆਰ ਕਰਦਾ ਹੈ। ਖੁਦਾ ਨਹੀਂ ਚਾਹੁੰਦਾ ਕਿ ਸਾਡੇ ਵਿੱਚ ਗਲਤ ਕਿਸਮ ਦੇ ਲੀਡਰ ਆਉਣ। ਖੁਦਾ ਚਾਹੁੰਦਾ ਕਿ ਉਹ ਲੀਡਰ ਆਉਣ ਜਿਨ੍ਹਾਂ ਨੂੰ ਉਹ ਮੁਕਰਰ ਕਰੇ। ਇਸ ਲਈ ਯਿਸੂ ਮਸੀਹ ਨੇ ਆਖਿਆ ਕਿ ਮੈਂ ਤੁਹਾਨੂੰ ਖੜੇ ਕਰਦਾ, ਮੈਂ ਤੁਹਾਨੂੰ ਚੁਣਦਾ, ਤੁਸੀਂ ਨਹੀਂ ਚੁਣਿਆ ਮੈਨੂੰ, ਮੈਂ ਤੁਹਾਨੂੰ ਚੁਣਿਆ ਔਰ ਠਹਿਰਾਇਆ। ਸੋ ਇਸੇ ਤਰ੍ਹਾਂ ਅਸੀਂ ਦੁਨਿਆਵੀ ਚੋਣਾਂ ਵੀ ਜੋ ਇਦਾਂ ਲੜਦੇ ਹਾਂ, ਅਸੀਂ ਰੂਹਾਨੀ ਚੋਣਾਂ ਵੀ ਲੜਦੇ ਹਾਂ। ਸਾਨੂੰ ਆਤਮਿਕ ਵੀ ਚੋਣ ਕਰਨੀ ਚਾਹੀਦੀ ਆ, ਕਿਉਂਕਿ ਇਹ ਧਰਤੀ ਆ ਜਿੱਥੇ ਅਸੀਂ ਆਪਣੇ ਫੈਸਲੇ ਕਰਦੇ ਹਾਂ। ਇਹ ਧਰਤੀ ਨੂੰ ਇੱਕ ਦਿਨ ਅਸੀਂ ਛੱਡਣਾ ਹੈ। ਇਸ ਧਰਤੀ ਨੂੰ ਜਦੋਂ ਇੱਕ ਦਿਨ ਛੱਡ ਕੇ ਜਾਵਾਂਗੇ ਤੇ ਮੇਰੇ ਅਜ਼ੀਜ਼ੋ, ਉਹ ਤੁਹਾਡੇ ਫੈਸਲੇ ਦੇ ਅਨੁਸਾਰ ਹੀ ਹੋਏਗਾ। ਜੋ ਤੁਸੀਂ ਚੋਣ ਹੁਣ ਲੜਨੀ ਆ, ਜੋ ਤੁਸੀਂ ਹੁਣ ਆਤਮਿਕ ਜ਼ਿੰਦਗੀ 'ਚ ਚੁਣਨਾ ਹੈ, ਉਹੋ ਹੀ ਤੁਹਾਨੂੰ ਸਵਰਗ ਤੱਕ ਪਹੁੰਚਾ ਸਕਦਾ ਹੈ। ਅਗਰ ਤੁਸੀਂ ਗਲਤ ਚੁਣ ਲਿਆ, ਗਲਤ ਰਸਤਾ ਚੁਣ ਲਿਆ, ਗਲਤ ਰਸਤਾ ਕਦੀ ਵੀ ਸਿੱਧਾ ਹੋ ਨਹੀਂ ਸਕਦਾ। ਅਗਰ ਉਹ ਵਿੰਗਾ ਆ, ਉਹ ਵਿੰਗਾ ਹੀ ਰਹੇਗਾ। ਲੇਕਿਨ ਜੇ ਅਸੀਂ ਸਿੱਧੇ ਰਸਤੇ ਨੂੰ ਚੁਣ ਲਈਏ, ਉਹ ਸਾਨੂੰ ਖੁਦਾ ਦੀ ਬਾਦਸ਼ਾਹੀ ਵਿੱਚ ਲੈ ਕੇ ਜਾ ਸਕਦਾ ਹੈ। ਸਾਡੇ ਸਿੱਧੇ ਰਸਤੇ ਉਹ ਜਿਹੜੇ ਅਸੀਂ ਬਣਾਏ ਹੋਏ, ਉਹ ਸਾਨੂੰ ਦੇਖਣ ਨੂੰ ਸਿੱਧੇ ਲੱਗਦੇ ਆ, ਲੇਕਿਨ ਅੱਗੇ ਜਾ ਕੇ ਟੇਢਾ ਹੋ ਜਾਂਦਾ। ਬਾਈਬਲ ਮੁਕੱਦਸ 'ਚ ਲਿਖਿਆ ਪ੍ਰੋਵਰਬਸ 16 ਬਾਬ ਉਹਦੀ 25 ਆਇਤ ਵਿੱਚ, 14 ਬਾਬ ਉਹਦੀ 12 ਆਇਤ ਵਿੱਚ ਲਿਖਿਆ ਕਿ ਇੱਕ ਐਸਾ ਰਾਹ ਆ ਜਿਹੜਾ ਇਨਸਾਨ ਨੂੰ ਦੇਖਣ ਨੂੰ ਸਿੱਧਾ ਲੱਗਦਾ ਹੈ, ਪਰ ਉਹਦੀ ਅੰਤਹਾ ਦੇ ਵਿੱਚ, ਉਹਦੀ ਆਖਰ ਦੇ ਵਿੱਚ ਮੌਤ ਦਾ ਰਾਹ ਆ। ਮੌਤ ਦੇ ਰਾਹ ਦਾ ਕੀ ਭਾਵ ਆ? ਉਹ ਨਰਕ ਦਾ ਰਸਤਾ ਆ, ਕਿਉਂਕਿ ਇਨਸਾਨ ਨੇ ਗਲਤ ਰਾਹ ਚੁਣਿਆ। ਉਹ ਸੋਚਦਾ ਸੀ ਕਿ ਮੈਂ ਸਹੀ ਜਾ ਰਿਹਾ, ਪਰ ਉਹਨੇ ਗਲਤ ਚੁਣਿਆ, ਇਸ ਲਈ ਉਹ ਰਸਤਾ ਨਰਕ ਨੂੰ ਚਲਾ ਗਿਆ। ਉਹ ਕਿਹਨੇ ਦਿਖਾਇਆ ਉਹਨੂੰ ਰਾਹ? ਕਿਹਨੇ ਉਸ ਰਾਹ ਦੇ ਉੱਤੇ ਉਹਨੂੰ ਪਾਇਆ? ਉਹ ਜੋ ਕਰਪਸ਼ਨ ਦੇ ਨਾਲ ਭਰਿਆ ਹੋਇਆ, ਉਹ ਜੋ ਬੁਰਾਈ ਦੇ ਨਾਲ ਭਰਿਆ ਹੋਇਆ, ਔਰ ਉਹ ਸ਼ੈਤਾਨ ਆ ਜੋ ਇਨਸਾਨ ਨੂੰ ਗੁੰਮਰਾਹੀ ਦੇ ਰਸਤੇ ਉੱਤੇ ਲੈ ਕੇ ਜਾਂਦਾ। ਪਰ ਮੇਰੇ ਅਜ਼ੀਜ਼ੋ, ਖੁਦਾ ਸਾਨੂੰ ਪਿਆਰ ਕਰਦਾ ਹੈ। ਖੁਦਾ ਸਾਨੂੰ ਦੱਸਦਾ ਆ ਕਿ ਅਸੀਂ ਸਹੀ ਰਸਤਾ ਚੁਣੀਏ। ਖੁਦਾ ਸਾਡੇ ਅੱਗੇ ਬਹੁਤ ਕੁਝ ਰੱਖਦਾ ਹੈ। ਬਾਈਬਲ ਮੁਕੱਦਸ 'ਚ ਲਿਖਿਆ ਖੁਦਾ ਨੇ ਸਾਡੇ ਅੱਗੇ ਰੱਖਿਆ। ਹੁਣ ਚੋਣ ਮੈਂ ਲੜਨੀ ਆ, ਚੋਣ ਮੇਰੀ ਪਸੰਦ ਮੇਰੀ ਆ। ਮੈਂ ਕੀ ਚੁਣਨਾ, ਤੁਸੀਂ ਕੀ ਚੁਣਨਾ, ਅੱਜ ਇੱਥੇ ਫੈਸਲਾ ਤੁਹਾਡਾ ਹੋਣਾ ਚਾਹੀਦਾ। ਜਿੱਦਾਂ ਅਸੀਂ ਇੱਕ ਅੱਛਾ ਲੀਡਰ ਚੁਣਨ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਇਸੇ ਤਰ੍ਹਾਂ ਹੀ ਇੱਕ ਅੱਛਾ ਰਸਤਾ ਚੁਣਨਾ ਹੈ, ਇੱਕ ਅੱਛੀ ਚੀਜ਼ ਨੂੰ ਚੁਣਨਾ ਹੈ, ਬਰਕਤ ਨੂੰ ਚੁਣਨਾ ਹੈ, ਜ਼ਿੰਦਗੀ ਨੂੰ ਚੁਣਨਾ ਹੈ। ਲਿਸਨ, ਖੁਦਾ ਨੇ ਜੋ ਸਾਡੇ ਮੋਹਰੇ ਰੱਖਿਆ ਉਹ ਕੀ ਆ? ਉਹ ਅਸੀਂ ਕਿਹੜੀ ਚੀਜ਼ ਨੂੰ ਪਸੰਦ ਕਰਦੇ ਹਾਂ। ਮੈਂ ਜਾਣਦਾ ਕਿ ਇਨਸਾਨ ਇੰਨਾ ਹੁਸ਼ਿਆਰ ਆ ਕਿ ਹਮੇਸ਼ਾ ਅੱਛੀ ਚੀਜ਼ ਨੂੰ ਚੁਣੇਗਾ, ਜੋ ਉਹਨੂੰ ਚੰਗੀ ਲੱਗੇ।
ਉਹ ਕਦੀ ਵੀ ਬੁਰੀ ਚੀਜ਼ ਨੂੰ ਨਹੀਂ ਚੁਣਦਾ। ਪਰ ਅੱਜ ਤੁਹਾਡੇ ਮੋਰੇ ਇੱਕ ਸਵਾਲ ਆ ਕਿ ਤੁਸੀਂ ਕਿਹਨੂੰ ਚੁਣਦੇ ਆ, ਕਿੰਨੇ ਸਮਝਦਾਰ ਆ, ਕਿੰਨੇ ਬੁੱਧਵਾਨ ਆ, ਕੀ ਫੈਸਲਾ ਕਰਦੇ ਆ, ਕਿਉਂਕਿ ਤੁਹਾਡਾ ਫੈਸਲਾ ਤੁਹਾਨੂੰ ਨਰਕ ਵੀ ਲਿਜਾ ਸਕਦਾ, ਤੁਹਾਡਾ ਫੈਸਲਾ ਤੁਹਾਨੂੰ ਬਹਿਸ਼ਤ ਵਿੱਚ ਵੀ ਸਵਰਗ ਵਿੱਚ ਵੀ ਲਿਜਾ ਸਕਦਾ। The choice is yours। ਡਿਊਟਰੋਨੋਮੀ ਦੇ ਵਿੱਚ ਲਿਖਿਆ ਬਿਰਸਤਾਸਾਰ 30 ਬਾਬ ਉਹਦੀ 15 ਆਇਤ ਵਿੱਚ ਲਿਖਿਆ ਕਿ ਦੇਖ ਖੁਦਾਵੰਦ ਨੇ ਆਖਿਆ ਕਿ ਸਾਡੀ ਚੋਇਸ ਦੇ ਬਾਰੇ ਦੱਸਿਆ ਗਿਆ। 30 ਬਾਬ ਉਹਦੀ 15 ਆਇਤ ਵਿੱਚ ਲਿਖਿਆ ਦੇਖ ਮੈਂ ਤੇਰੇ ਅੱਗੇ ਜ਼ਿੰਦਗੀ, ਮੌਤ, ਭਲਾਈ ਤੇ ਬੁਰਾਈ ਰੱਖਦਾ। ਨਾਓ देयर इज 4 थिंग्स। 4 ਚੀਜ਼ਾਂ ਜੋ ਖੁਦਾ ਨੇ ਸਾਡੇ ਮੋਹਰੇ ਰੱਖੀਆਂ। ਸਾਡੇ ਮੋਹਰੇ ਉਹਨੇ ਜ਼ਿੰਦਗੀ ਰੱਖੀ, ਸਾਡੇ ਮੋਹਰੇ ਉਹਨੇ ਮੌਤ ਵੀ ਰੱਖ ਦਿੱਤੀ, ਸਾਡੇ ਮੋਹਰੇ ਉਹਨੇ ਭਲਾਈ ਵੀ ਰੱਖੀ, ਸਾਡੇ ਮੋਹਰੇ ਉਹਨੇ ਬੁਰਾਈ ਵੀ ਰੱਖ ਦਿੱਤੀ। ਹੁਣ ਇਨਸਾਨ ਨੂੰ ਕਿਹਾ ਕਿ ਤੂੰ ਚੁਣ, ਕਿਹਨੂੰ ਚੁਣੋਗੇ ਤੁਸੀਂ? ਅਗਰ ਅਸੀਂ ਜ਼ਿੰਦਗੀ ਚੁਣਦੇ ਹਾਂ, ਇਹ ਉਹ ਜ਼ਿੰਦਗੀ ਨਹੀਂ ਜਿਹੜੀ ਅਸੀਂ ਜੀ ਰਹੇ ਹਾਂ, ਇਹ ਉਹ ਜ਼ਿੰਦਗੀ ਹੈ ਜਿਹੜੀ ਹਮੇਸ਼ਾ ਦੀ ਜ਼ਿੰਦਗੀ ਆ ਔਰ ਜਿਹੜੀ ਸਾਨੂੰ ਖੁਦਾ ਦੀ ਬਾਦਸ਼ਾਹੀ ਵਿੱਚ ਲੈ ਕੇ ਜਾਂਦੀ ਆ। ਅਗਰ ਅਸੀਂ ਮੌਤ ਨੂੰ ਚੁਣਦੇ ਹਾਂ ਤੇ ਮੌਤ ਸਾਨੂੰ ਦੋਜ਼ਖ ਵਿੱਚ ਲੈ ਕੇ ਜਾਏਗੀ, ਉਸ ਨਰਕ ਦੀ ਅੱਗ ਵਿੱਚ ਸਾਨੂੰ ਜਲਾਏਗੀ ਜਿੱਥੋਂ ਕੋਈ ਵੀ ਸ਼ਖਸ ਕਦੀ ਬਾਹਰ ਨਹੀਂ ਨਿਕਲ ਸਕਦਾ। ਪਰ ਅੱਜ ਅਸੀਂ ਰਾਈਟ ਚੋਇਸ ਅਗਰ ਕਰਾਂਗੇ, ਅਗਰ ਅਸੀਂ ਭਲਾਈ ਨੂੰ ਚੁਣਾਂਗੇ ਤੇ ਬੁਰਾਈ ਤੋਂ ਬਚ ਜਾਵਾਂਗੇ। ਜੇ ਜ਼ਿੰਦਗੀ ਨੂੰ ਚੁਣਾਂਗੇ ਮੌਤ ਤੋਂ ਬਚ ਜਾਵਾਂਗੇ। ਸੋ ਮੇਰੇ ਅਜ਼ੀਜ਼ ਭੈਣੋ ਤੇ ਭਰਾਓ, ਅੱਜ ਸਾਡੀ ਚੋਣ ਆ ਕਿ ਅਸੀਂ ਕੀ ਚੁਣਦੇ ਹਾਂ। ਅਗਰ 19 ਆਇਤ ਨੂੰ ਦੇਖੀਏ ਤਾਂ ਉਸ ਜਗ੍ਹਾ ਦੇ ਵਿੱਚ ਵੀ ਲਿਖਿਆ ਹੋਇਆ ਕਿ ਖੁਦਾ ਨੇ ਫਿਰ 2 ਚੀਜ਼ਾਂ ਹੋਰ ਐਡ ਕੀਤੀਆਂ ਸਾਡੇ ਮੋਹਰੇ। ਉਸਨੇ ਲਿਖਿਆ 19 ਆਇਤ ਵਿੱਚ ਲਿਖਿਆ ਬਲੈਸਿੰਗ ਐਂਡ ਕਰਸ, ਬਰਕਤਾਂ ਤੇ ਸ਼ਰਾਪ ਉਹ ਸਾਡੇ ਸਾਹਮਣੇ ਰੱਖਿਆ। ਤੇ ਜਦੋਂ ਬਰਕਤਾਂ ਰੱਖੀਆਂ ਤਾਂ ਸਾਰੇ ਇਨਸਾਨ ਦੌੜਦਾ ਕਿ ਮੈਂ ਚੰਗੀ ਚੀਜ਼ ਨੂੰ ਜਾਵਾਂ, ਲੇਕਿਨ ਚੰਗੀ ਚੀਜ਼ ਨੂੰ ਲੈਣ ਵਾਸਤੇ ਕੁਝ ਕਰਨਾ ਪਏਗਾ। We have to choose God first। ਖੁਦਾ ਨੂੰ ਚੁਣਨਾ ਪਏਗਾ। ਕਿਹੜਾ ਬਰਕਤ ਦੇਣ ਵਾਲਾ ਉਹਨੂੰ ਅਸੀਂ ਚੁਣਾਂਗੇ। ਜਦੋਂ ਖੁਦਾ ਨੂੰ ਚੁਣਾਂਗੇ, ਉਹਦੇ ਰਸਤੇ ਨੂੰ ਚੁਣਾਂਗੇ, ਉਹਦੀ ਜ਼ਿੰਦਗੀ ਨੂੰ ਚੁਣਾਂਗੇ ਤੇ ਫਿਰ ਉਹ ਸਾਨੂੰ ਬਰਕਤ ਦੇਗਾ। ਇਹ ਸਾਡੀ ਚੋਣ ਆ। ਉਹ ਆਪਣੀਆਂ ਬਰਕਤਾਂ ਦੇ ਨਾਲ ਐਡ ਕਰਦਾ। ਮਤੀ ਦੀ ਅੰਜੀਲ 6 ਬਾਬ 33 ਆਇਤ ਵਿੱਚ ਲਿਖਿਆ seek you first the kingdom of God and his righteousness, then all these things shall be added unto you। ਤੇ ਖੁਦਾਵੰਦ ਯਿਸੂ ਮਸੀਹ ਆਖਦੇ ਪਹਿਲਾਂ ਖੁਦਾ ਦੀ ਬਾਦਸ਼ਾਹਿਤ ਨੂੰ, ਉਹਦੇ ਧਰਮ ਨੂੰ ਪਾਲ, ਫਿਰ ਸਾਰੀਆਂ ਚੀਜ਼ਾਂ ਤੈਨੂੰ ਦਿੱਤੀਆਂ ਜਾਣਗੀਆਂ। ਇਹ ਚੋਇਸ ਆ। ਅਗਰ ਤੁਸੀਂ ਬਰਕਤਾਂ ਪਾਉਣੀ ਚਾਹੁੰਦੇ, ਅਗਰ ਤੁਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਣੀ ਚਾਹੁੰਦੇ, ਅਗਰ ਤੁਸੀਂ ਨੇਕੀ ਦੇ ਰਾਹ ਉੱਤੇ ਚੱਲਣਾ ਚਾਹੁੰਦੇ ਤੇ ਫਿਰ ਯਿਸੂ ਮਸੀਹ ਨੂੰ ਚੁਣਨ ਦੀ ਜ਼ਰੂਰਤ ਅੱਜ। ਸਹੀ ਚੋਣ ਲੜੋ, ਕਿਉਂਕਿ ਗਲਤ ਚੋਣ ਸਾਨੂੰ ਦੋਜ਼ਖ 'ਚ ਲੈ ਜਾਏਗੀ, ਖੁਦਾ ਤੋਂ ਹੋਰ ਵੀ ਦੂਰ ਲੈ ਜਾਏਗੀ। ਜਰਮਾਇਆ ਨਬੀ ਦੀ ਕਿਤਾਬ 21 ਬਾਬ ਉਹਦੀ 8ਵੀਂ ਆਇਤ ਵਿੱਚ ਕੀ ਲਿਖਿਆ ਹੋਇਆ, ਗੌਰ ਦੇ ਨਾਲ ਸੁਣੀਏ। ਉਸ ਜਗ੍ਹਾ ਦੇ ਵਿੱਚ ਇੱਕ ਹੋਰ ਚੀਜ਼ ਲਿਖੀ ਹੋਈ ਆ। ਖੁਦਾ ਨੇ ਆਖਿਆ ਕਿ ਮੈਂ ਤੇਰੇ ਸਾਹਮਣੇ ਇੱਕ ਰਾਹ ਰੱਖਦਾ ਹਾਂ ਔਰ ਜ਼ਿੰਦਗੀ ਦਾ ਰਾਹ ਆ। ਮੈਂ ਉਹ ਰਾਹ ਰੱਖਦਾ ਜਿਹੜਾ ਜ਼ਿੰਦਗੀ ਦਾ ਰਾਹ ਆ। ਔਰ ਫਿਰ ਦੂਸਰਾ ਰਸਤਾ ਉਹਨੇ ਦੱਸਿਆ ਕਿ ਉਹ ਰਸਤਾ ਆ ਕਿ ਜਿਹੜਾ ਮੌਤ ਦਾ ਰਾਹ ਆ। ਨਾ ਹੁਣ ਅਸੀਂ 2 ਰਾਹੇ ਉੱਤੇ ਆ ਗਏ ਹਾਂ। 2 ਰਾਹ, the 2 ways, 2 ਰਸਤੇ ਆ। ਹੁਣ ਅਸੀਂ ਸੈਂਟਰ 'ਚ ਖੜੇ ਹੋ ਗਏ ਹਾਂ। ਹੁਣ ਸਾਂਸੀ ਚੁਣਨਾ ਆ ਕਿ ਕਿਹੜੇ ਰਾਹ ਨੂੰ ਜਾਈਏ, ਲੈਫਟ ਔਰ ਰਾਈਟ। ਅਗਰ ਅਸੀਂ ਬੁੱਧਵਾਨ ਆ ਤੇ ਜ਼ਰੂਰ ਸਾਈਨ ਪੜਾਂਗੇ ਕਿ ਉੱਤੇ ਕੀ ਲਿਖਿਆ ਹੋਇਆ, the way to life or way to death। ਜੋ ਰਸਤਾ ਕਿੱਧਰ ਨੂੰ ਜਾ ਰਿਹਾ, ਇੱਕ ਜ਼ਿੰਦਗੀ ਨੂੰ ਜਾ ਰਿਹਾ, ਇੱਕ ਮੌਤ ਨੂੰ ਜਾ ਰਿਹਾ। ਜ਼ਰੂਰ ਆ ਕਿ ਅਸੀਂ ਬੁੱਧਵਾਨ ਆ, ਸਮਝਦਾਰ ਆ, ਅਸੀਂ ਪੜ੍ਹੇ ਲਿਖੇ ਆ, ਵਿਦ ਐਜੂਕੇਸ਼ਨ ਸਾਡੇ ਕੋਲ ਆ, ਅਸੀਂ ਜ਼ਰੂਰ ਜ਼ਿੰਦਗੀ ਦਾ ਰਸਤਾ ਚੁਣਾਂਗੇ। ਲੇਕਿਨ ਜ਼ਿੰਦਗੀ ਦਾ ਰਸਤਾ ਚੁਣਨ ਵਾਸਤੇ ਜ਼ਿੰਦਗੀ ਦੇਣ ਵਾਲੇ ਨੂੰ ਚੁਣਨਾ ਪਏਗਾ। ਪ੍ਰਭੂ ਯਿਸੂ ਮਸੀਹ ਯੋਹੰਨਾ 10 ਬਾਬ ਉਹਦੀ 10ਵੀਂ ਆਇਤ ਵਿੱਚ ਆਖਦੇ ਹਨ, ਮੈਂ ਇਸ ਲਈ ਆਇਆ ਕਿ ਤੁਸੀਂ ਜ਼ਿੰਦਗੀ ਪਾਓ। ਉਹ ਕਿਹੋ ਜਿਹੀ ਜ਼ਿੰਦਗੀ ਪਾਓ? ਆਰਡੀਨਰੀ ਲਾਈਫ, ਆਮ ਜ਼ਿੰਦਗੀ ਨਹੀਂ, abundant ਲਾਈਫ, ਭਰਪੂਰ ਜ਼ਿੰਦਗੀ, ਭਰੀ ਹੋਈ ਜ਼ਿੰਦਗੀ, ਖੁਸ਼ੀਆਂ ਵਾਲੀ ਜ਼ਿੰਦਗੀ, ਬਰਕਤਾਂ ਵਾਲੀ ਜ਼ਿੰਦਗੀ, ਹਮੇਸ਼ਾ ਦੀ ਜ਼ਿੰਦਗੀ ਔਰ ਪਾਪ ਤੋਂ ਰਹਿਤ ਜ਼ਿੰਦਗੀ। ਹਾਲੇਲੂਇਆ। ਇਸ ਲਈ ਪ੍ਰਭੂ ਯਿਸੂ ਮਸੀਹ ਆਏ। तो अगे जाके प्रभु यीशु मसीह की आखदे? प्रभु यीशु मसीह आख्या मती दी अंजील और उसके 7 बाब 13 और 14 आयत विच उस जगह दे विच एक तंग दरवाजे का जिक्र किया गया, एक खुले दरवाजे का जिक्र किया गया। जिहड़ा तंग दरवाजा आ वो जांदा आ हमेशा दी जिंदगी नूं, जिहड़ा तंग खुला दरवाजा आ, चौड़ा रस्ता आ, वो जांदा नाश नूं, मतलब नरक नूं जांदा आ। ओके, द चॉइस इज योर्स। एक कॉल है पासो जी, आप जी सर। हेलो कॉल, कौन भैन भाई बोल रहे हैं? गल करो, अपना नाम दसो की तुसीं कहना चाहुंदे, कित्थों बोल रहे हैं? हेलो जी, तुसीं कौन, अपना नाम दस सकदे हैं?
हाँ जी, मैं जय मसीह जी भाजी, मैं तरसेम मसीह बोल रहा वुलवरहैम्पटन तो। ओके सर, हाँ जी, की कहना चाहते हैं? मैं भाजी आजिक दे नाल गल करनी चाहता। जी करो। जी सर करिए। है भाजी, मैं जय मसीह जी, मैं तरसेम मसीह बोल रहा वुलवरहैम्पटन तो। ब्रदर तरसेम सी जी, जय मसीह की। भाजी ਤੁਹਾਡਾ प्रोग्राम बहुत नाइस चल रहा, मैं देख रहा और बड़ी परमेश्वर की बरकत पाई है ਤੁਹਾਡੇ कलाम तो सुन के। थैंक यू, धन्यवाद। प्रभु ਤੁਹਾਨੂੰ ਹੋਰ ਵੀ ਸ਼ਕਤੀ ਦੇਵੇ ਔਰ ਤੁਹਾਨੂੰ ਹੋਰ ਵੀ ਬਲ ਦੇਵੇ, ਤੁਹਾਨੂੰ ਇਹ ਸਾਰੇ ਪ੍ਰੋਗਰਾਮ ਸਖਤ ਬਣਾਉਣ ਵਾਸਤੇ। ਤੇ ਮੇਰੇ ਵੀਰ ਜੀ, ਤੁਸੀਂ ਸਾਡੇ ਪਰਿਵਾਰ ਵਾਸਤੇ ਸਾਡੇ ਲਈ ਪ੍ਰੇ ਕਰੋ ਕਿ ਵੀ ਸਾਨੂੰ ਸੁਖ ਸ਼ਾਂਤੀ ਮਿਲੇ ਔਰ ਸਾਨੂੰ ਜੋ ਵੀ ਪ੍ਰੋਬਲਮ ਹੈਗੀ ਆ, ਜਿੱਦਾਂ ਸਰੀਰ ਦੇ ਵਿੱਚ ਮੇਰੀ ਬਿਮਾਰੀ ਕਰਕੇ, ਉਹ ਤੁਹਾਨੂੰ ਪਰਮੇਸ਼ਵਰ ਸ਼ਿਫਾ ਦੇਵੇ ਮੇਰੇ ਵੀਰ ਜੀ। ਠੀਕ ਹੈ ਜੀ, ਆਈਏ ਆਪਾਂ ਦੁਆ ਕਰੀਏ। ਓਕੇ ਜੀ, ਥੈਂਕਸ। ਹਾਲੇਲੂਇਆ। ਇਸ ਪਾਸਟਰ ਪ੍ਰੇਮ ਜੀ ਦੇ ਨਾਲ ਪ੍ਰਾਰਥਨਾ ਕਰਦੇ ਹਾਂ ਜੀ। आओ दुआ करिए। पिता तेरा शुक्र करते हाँ, तेरा धन्यवाद करते हाँ, और तेरा वादा है जो मंगो तो तुहानू दिता जाएगा। ਅਸੀਂ ਅੱਜ ਖਾਸ ਪ੍ਰਾਰਥਨਾ ਕਰਦੇ ਹਾਂ ਤਰਸੇਮ ਦੇ ਵਾਸਤੇ। ਐਸੇ ਵੇਲੇ ਖੁਦਾਵੰਦ ਜੀ, ਤੁਸੀਂ ਆਪਣੇ ਪਵਿੱਤਰ ਆਤਮਾ ਨੂੰ ਤੇ ਆਪਣੇ ਵਚਨ ਨੂੰ ਭੇਜ ਕੇ ਖੁਦਾਵੰਦ ਜੀ ਤਰਸੇਮ ਦੀ ਜਿਸਮਾਨੀ ਤੰਦਰੁਸਤੀ ਨੂੰ ਬਹਾਲ ਕਰੋ ਖੁਦਾਵੰਦ ਜੀ, ਔਰ ਜੋ ਵੀ ਘਰ ਦੀ ਜ਼ਰੂਰਤ ਹੈ ਯਿਸੂ ਨਾਸਰੀ ਦੇ ਨਾਂ ਤੇ ਪੂਰੀ ਹੋ ਜਾਏ ਖੁਦਾਵੰਦ ਜੀ। ਪਿਆਰੇ ਵਾਪਸ ਬਾਨੀ, ਤੇਰਾ ਵਚਨ ਸੱਚਾ ਤੇ ਪੱਕਾ ਹੈ। ਤੇਰਾ ਵਚਨ ਦੱਸਦਾ ਹੈ ਜੋ ਮੰਗੀਆਂ ਹੋਈਆਂ ਚੀਜ਼ਾਂ ਜੋ ਵਿਸ਼ਵਾਸ ਕਰੋਗੇ ਉਹ ਮਿਲ ਜਾਣਗੀਆਂ। ਔਰ ਪਿਤਾ ਪਰਮੇਸ਼ਵਰ ਤੇਰਾ ਸ਼ੁਕਰ ਕਰਦੇ ਮਸੀਹ ਯਿਸੂ ਵਿੱਚ ਸਾਡੀ ਪ੍ਰਾਰਥਨਾ ਨੂੰ ਤੁਸੀਂ ਸੁਣਿਆ ਤੇ ਕਬੂਲ ਕੀਤਾ। आमीन आमीन। सो आइए मेरे अजीजों, फिर दोबारा उस कलाम की तरफ बढ़िए जो खुदा दा कलाम मती दी अंजील विच 7 बाब 13 और 14 आयत विच 2 गेट्स का जिक्र किया गया। आसमान में भी एक दरवाजा है जिथों दे असीं वड़ना है, और लिखा कि इस मौत तो बाद असीं जिंदगी च दाखल होने, एक दरवाजे थानी स्वर्ग विच दाखल होने। एक दूसरा है जो असी अपनी मर्जी की जिंदगी गुजारते हैं, बुरी जिंदगी गुजारते हैं, करप्ट रहने हैं, भैड़िया कम्मां चलते हैं, फिर एक दूसरा दरवाजा जिहड़ा नरक नूं जांदा है, उन्होंने खुला दरवाजा कहा जाता, द वाइड वे, चौड़ा दरवाजा आ, राह आ जिथों दी लोग जाते हो। लिखा कि वह नाश नूं जांदा है। पर मेरे अजीज भैणों ते भराओ, ये जो लिखा गया प्रभु यसु मसीह अगे की आखदे आ, वो लिखा गया कि तुसी सुन चुके हैं ਜਿਹੜਾ ਰਾਹ ਜ਼ਿੰਦਗੀ ਨੂੰ ਜਾਂਦਾ, ਤੁਸੀਂ ਸੁਣ ਚੁੱਕੇ ਆ ਜਿਹੜਾ ਰਾਹ ਨਰਕ ਨੂੰ ਜਾਂਦਾ। ਉਹ ਕਹਿੰਦੇ ਫੈਸਲਾ ਤੁਹਾਡੇ ਹੱਥ ਵਿੱਚ ਆ, ਤੁਸੀਂ ਅੱਜ ਫੈਸਲਾ ਕਰੋ। ਇਹ ਜੋ ਕੋਲਰ ਆਏ ਬ੍ਰਦਰ ਤਰਸੇਮ ਸੀ, ਪਰਮੇਸ਼ਵਰ ਨੇ ਇਹਨਾਂ ਨੂੰ ਬਰਕਤ ਦਿੱਤੀ, ਇਹਨਾਂ ਨੇ ਇੱਕ ਦਿਨ ਰਾਹ ਚੁਣਿਆ, ਇਹਨਾਂ ਨੇ ਜ਼ਿੰਦਗੀ ਨੂੰ ਪਾਇਆ। ਅੱਜ ਉਹ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਕਿ ਪਰਮੇਸ਼ਵਰ ਉਹਨਾਂ ਨੂੰ ਆਸ਼ੀਸ਼ ਔਰ ਬਰਕਤ ਦੇ। ਬੇਸ਼ੁਮਾਰ ਲੋਕ ਆ ਜਿਹੜੇ ਸਚਾਈ ਨੂੰ ਚੁਣਦੇ ਆ, ਬੇਸ਼ੁਮਾਰ ਲੋਕ ਆ ਜਿਹੜੇ ਜ਼ਿੰਦਗੀ ਨੂੰ ਚੁਣਦੇ ਆ, ਬੇਸ਼ੁਮਾਰ ਉਹ ਲੋਕੀ ਆ ਜਿਹੜੇ ਗਲਤ ਥਾਵਾਂ ਤੋਂ ਬਾਹਰ ਨਿਕਲ ਕੇ ਉਹ ਸਹੀ ਥਾਵਾਂ ਦੇ ਉੱਪਰ ਆ ਜਾਂਦੇ ਆ, ਰਾਹ ਚੁਣ ਲੈਂਦੇ ਆ ਜਿਹੜਾ ਜ਼ਿੰਦਗੀ ਨੂੰ ਜਾਂਦਾ। ਖੁਦਾਵੰਦ ਯਿਸੂ ਮਸੀਹ ਨੇ ਆਖਿਆ, ਜੌਨਸ ਗੋਸਪਲ ਚੈਪਟਰ 14 verse 6, ਸੇਂਟ ਜੌਨਸ ਗੋਸਪਲ ਚੈਪਟਰ 14 verse 6, ਯੋਹੰਨਾ ਦੀ ਅੰਜੀਲ 14 ਬਾਬ ਉਹਦੀ 6 ਆਇਤ ਵਿੱਚ ਪ੍ਰਭੂ ਯਿਸੂ ਮਸੀਹ ਆਖਦੇ ਆ। ਗੌਰ ਦੇ ਨਾਲ ਸੁਣੀਏ। प्रभु यसु मसीह ते 3 चीज़ों का जिक्र करते हैं जिन्हां दी हर शख्स नूं जरूरत आ। प्रभु यसु मसीह आखदे राह, सच्चाई ते जीवन मैं हां। राह, सच्चाई ते जीवन मैं हां। मेरे वसीले तो बिना कोई भी पिता परमेश्वर दे कोल जा नहीं सकता। चोण तुहाडी आ। अगर तुसी पिता परमेश्वर दे कोल जाना चाहुंदे, उस बेहिश्त में जाना चाहुंदे, स्वर्ग में जाना चाहुंदे आ, ते होर कोई चॉइस है नहीं गी जिहड़ी असीं चुन सकीए। इक्को ही चॉइस है स्वर्ग जाण लई, वो प्रभु यीशु मसीह आ जिसने आख्या आई एम द वे, द ट्रूथ एंड द लाइफ, नो वन कम्स टू द फादर बट बाय मी और विदाउट मी। हालेलुया। जशुआ ने एक फैसला किया, पवित्र बाइबल च लिखा, जशुआ एक प्रॉफिट सी, उन्हें फैसला किया, उन्हें आख्या कि मैं ते मेरा घराना सिर्फ यहोवा परमेश्वर दी वडियाई करांगे। अज तुसी तुहाडे हत्थां विच आ, तुसी की चुनदे आ, तुहाडा परिवार, तुसी भी किहनूं चुनोगे, किहदी परस्तिश करोगे, किहदी इबादत करोगे, कित्थे जाना चाहोगे, स्वर्ग या नरक। चॉइस इज योर्स। may God bless you all। थैंक यू। थैंक यू।
Praise God. ਪਾਸਟਰ ਜੀ ਕੁਝ ਨਾ ਆਏ ਹਨ ਪ੍ਰੇਅਰ ਕਰਨ ਦੇ ਲਈ, ਪਲੀਜ਼ ਇਹਨਾਂ ਦੀ ਪ੍ਰੇਅਰ ਕਰੋ। ਓਕੇ ਸੈਮੀ ਜੀ, ਖਾਸ ਕਰਕੇ ਜਿਹੜੀ ਪ੍ਰੇਅਰ ਆਪਣੀ ਪੀਸ ਜਿਹੜੀ ਇਸਰਾਇਲ ਦੇ ਵਿੱਚ ਹੋ ਜਾਵੇ ਤੇ ਇਰਾਕ ਦੇ ਵਿੱਚ ਜਿਹੜੇ ਮਸੀਹੀਆਂ ਤੇ ਬਹੁਤ ਅਤਿਆਚਾਰ ਹੋ ਰਹੇ ਹਨ ਉਹਨਾਂ ਦੀ ਪ੍ਰੇਅਰ ਕੀਤੀ ਜਾਵੇ। ਮੇਰੇ ਭੈਣਾਂ ਤੇ ਭਾਈਓ, ਆਓ ਅਸੀਂ ਮਿਲ ਕੇ ਪ੍ਰਾਰਥਨਾ ਕਰੀਏ। ਜੋ ਅਸੀਂ ਮਿਲ ਕੇ ਮੰਗਾਂਗੇ ਖੁਦਾਵੰਦ ਦਾ ਵਚਨ ਦੱਸਦਾ ਹੈ ਪੂਰਾ ਹੋ ਜਾਏਗਾ। ਪ੍ਰੇ ਕਰੀਏ ਖੁਦਾਵੰਦ ਦੇ ਬਣੀ ਇਸਰਾਇਲ ਕੌਮ ਦੇ ਲਈ ਔਰ ਇਸਰਾਇਲ ਦੀ ਸਲਾਮਤੀ ਦੇ ਲਈ। ਖੁਦਾਵੰਦ प्यारे बाप उसमानी असी तेरे वचन के मुताबिक ताबे होके अपने हथां नूं उठा के अपने सिर नूं झुका के खुदावंद जी असी उस शहर दी उस देश दी खुदावंद सलामती मंगदे हाँ और पीस चाहुंदे हाँ। खुदावंद जी तू बनी इस्राइल दी कौम दे उत्ते खुदावंद अपनी आशीष ते बरकत कर। प्यारे बाप उसमानी जो मसीही इराक दे विच खुदावंद दुख सहंदे ने, तेरा वचन दसदा है कि तेरे नाम की खातर सताए जाणगे, उन्हां दे खुदावंद ईमान नूं वधाणा और उन्हां दीयां जरूरतां नूं पूरा करना। असी खास दुआ करते हाँ, असी दुआ करते हाँ गुरचरण दास दे वास्ते प्रभु जी, उन्हां नूं खुदावंद अच्छी सेहत देना, खुदावंद उन्हां दी हर जरूरत नूं पूरा करना। मंगियां हुईयां जरूरतां खुदावंद तेरे खजाने च पूरियां हो जाण, यीशु नासरी दे नाते मंगदे हाँ, आमीन आमीन आमीन। प्रेज गॉड। दोस्तों ਹੁਣ ਸਾਡੇ ਕੋਲ ਇੰਨਾ ਵਕਤ ਨਹੀਂ ਹੈ, ਇੱਕ ਸ਼ਾਰਟ ਕਾਲ ਪਾਸ ਸਾਹਿਬ ਇੱਕ ਲੈ ਲਈਏ ਜੀ। ਹੈਲੋ ਕਾਲਰ। Hello, can I speak to you, Pastor, please? Your pastor there? Pastor? Isaac. Yeah. Carry on. Okay, my name is Vijay Masibenga. I'm from Wolverhampton. It's only been recently I've given my life to the Lord. It's not even been a year. 20th of January I gave my life. I've been baptized, and I'd just like the pastors to pray for me and my family so we can progress in Christ. Because I do agree we do serve a living God. Obviously I've been to temples and mandirs and everywhere. I've been abroad and I couldn't get no help. Okay, Brother Vijay, we're running out of time. We will pray for you. Pastor will pray for you now, okay? Okay. You carry on listening. Vijay, we do thank you. We praise our God who saved you and your family. Let's pray. Heavenly Father, we do thank you. We praise you, Lord God. Thank you for Vijay and his family. Yes, Lord. Heavenly Father, Hallelujah. he took the step forward. Lord, He chose the right Thank path. you, Lord. And we do Encourage thank him, you Lord. and we Heal praise him, you, Lord. Lord God. So we pray for Jesus' Vijay name. and his In family. Jesus' name. Bless him, Jesus' use him, name. Yes, and Lord. bless his whole family, Yes, Lord Lord. God. Yes, Hallelujah. Lord. They are Name living of testimony Jesus. because you have done a Name great of work in Jesus. their life. In Jesus' name. Amen. Amen. ਦੋਸਤੋ ਹੁਣ ਵਕਤ ਜ਼ਿਆਦਾ ਸਾਨੂੰ ਇਜਾਜ਼ਤ ਨਹੀਂ ਦਿੰਦਾ। ਮੈਂ ਤੁਹਾਡੇ ਕੋਲ ਅੱਗੇ ਹੀ ਰਿਕੁਐਸਟ ਕਰਾਂਗਾ, ਜੋ ਤੁਸੀਂ ਅੱਜ ਦਾ ਕਲਾਮ ਸੁਣਿਆ, ਜੇ ਤੁਸੀਂ ਉਹਦੇ 'ਚ ਹੋਰ ਜਾਣਕਾਰੀ ਚਾਹੁੰਦੇ ਹੋ, ਸਾਡਾ ਨੰਬਰ ਸਕਰੀਨ ਤੇ ਆਵੇਗਾ, ਉਹਨੂੰ ਜ਼ਰੂਰ ਰਿੰਗ ਕਰੋ। ਪਰਮੇਸ਼ਰ ਤੁਹਾਡੇ ਨਾਲ ਹੋਵੇ, ਤੁਸੀਂ ਪਰਮੇਸ਼ਰ ਦੇ ਵਿੱਚ ਹੋਰ ਅੱਗੇ ਵੱਧਦੇ ਜਾਓ। ਤੁਹਾਡੀ ਸਾਡੀ ਮੁਲਾਕਾਤ ਹੋਵੇਗੀ ਅਗਲੇ ਸੈਟਰਡੇ ਪੂਰੇ 5 ਵਜੇ 5 ਤੋਂ 6 ਦੇ ਵਿੱਚ। ਥੈਂਕ ਯੂ ਵੈਰੀ ਮਚ। ਸਭ ਨੂੰ ਇੱਕ ਵਾਰੀ ਜੈ ਮਸੀਹ। ਜੈ ਮਸੀਹ।